ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ, ਅੱਜ ਦੀਆਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਉਹ ਗੱਲਾਂ ਬਾਤਾਂ ਜਿਨ੍ਹਾਂ ਬਾਰੇ ਕੈਨੇਡਾ ਦੇ ਵਿੱਚ ਸਾਰਾ ਦਿਨ ਗੱਲਬਾਤ ਹੁੰਦੀ ਰਹੀ ਹੈ, ਜਿਹੜੇ ਸਾਡੇ ਅੱਜ ਪ੍ਰਮੁੱਖ ਜਿਹੜੀਆਂ ਖਬਰਾਂ ਸੀਗੀਆਂ ਉਹ ਮੁੱਦਿਆਂ ਦੇ ਉੱਤੇ ਤੁਹਾਡੇ ਨਾਲ ਚਰਚਾ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਰੋਜ਼ਾਨਾ ਕਰਦੇ ਹਾਂ। ਪਹਿਲੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ontario ਪ੍ਰੋਵਿੰਸ਼ੀਅਲ ਪੁਲਿਸ ਦੇ ਇੱਕ ਆਫੀਸਰ ਦੀ ਮੌਤ ਹੋਈ ਆ, ਗੋਲੀ ਮਾਰ ਦਿੱਤੀ ਗਈ ਉਹਨੂੰ। ਕੀ ਘਟਨਾ ਹੈ ਉਹ ਦੱਸਾਂਗੇ। ਦੂਜਾ, ਕੈਨੇਡਾ ਦੇ ਵਿੱਚ ਡਾਕਟਰਾਂ ਦੀ ਕਮੀ ਬਾਰੇ ਬਹੁਤ ਵਾਰੀ ਗੱਲਬਾਤ ਹੋਈ ਹੈ, ਪਰ ਹੁਣ ਇਹ ਗੱਲਬਾਤ ਪਤਾ ਲੱਗਦੀ ਹੈ ਕਿ 6 ਦੇ ਵਿੱਚ ਇੱਕ ਡਾਕਟਰ ਰਿਟਾਇਰਮੈਂਟ ਦੇ ਨੇੜੇ ਆ, ਮਤਲਬ ਅੱਗੇ ਸੰਕਟ ਹੋਰ ਵਧਣਾ ਹੈ। 911 ਐਮਰਜੈਂਸੀ ਹੁੰਦੀ ਹੈ, ਜਦੋਂ ਆਪਾਂ ਕੋਈ ਐਮਰਜੈਂਸੀ ਹੁੰਦੀ ਉਸ ਵੇਲੇ ਕਾਲ ਕਰਦੇ ਹਾਂ, ਪਰ ਕਈ ਵਾਰੀ ਲੋਕ ਅਜੀਬ ਕਾਲਾਂ ਵੀ 911 'ਤੇ ਕਰਦੇ ਆ ਅਤੇ ਜਿਹਦਾ ਨੁਕਸਾਨ ਹੁੰਦਾ। ਚੌਥਾ ਮੁੱਦਾ ਅੱਜ ਤੁਹਾਡੇ ਨਾਲ ਸਾਂਝਾ ਕਰਨਾ ਆਪਾਂ ਕਿ ਅਗਲੇ ਸਾਲ ਵਿਆਜ ਹੋਰ ਵਧਣਗੇ, ਘਟਣਗੇ ਜਾਂ ਕੀ ਹੋਊਗਾ, ਲੋਕਾਂ ਦੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਨੇ। ਪੰਜਵਾਂ ਮੁੱਦਾ ਤੁਹਾਡੇ ਨਾਲ ਸਾਂਝਾ ਕਰਨਾ ਐਮਰਜੈਂਸੀ ਸੇਵਾਵਾਂ ਸੰਬੰਧੀ। ਪਿਛਲੇ ਸਾਲ ਨਹੀਂ, ਜਿਹੜਾ ਸਾਲ ਅੱਜ ਜਾ ਰਿਹਾ ਆ, ਇਹਦੇ ਵਿੱਚ ਸਾਰੇ ਸਾਲ ਦੇ ਵਿੱਚ ਬਹੁਤ ਬੁਰੀ ਹਾਲਤ ਰਹੀ ਆ, ਅੰਕੜੇ ਕੁਛ ਸਾਹਮਣੇ ਆਏ ਨੇ। ਛੇਵੀਂ ਗੱਲਬਾਤ ਅਲਬਰਟਾ ਦੀ ਕਰਨੀ ਹੈ। ਅਲਬਰਟਾ ਦੇ ਵਿੱਚ ਕਾਰਾਂ ਦੇ ਪੁਰਜ਼ੇ ਚੋਰੀ ਹੋ ਰਹੇ ਆ। ਕੈਟਾਲਿਟਿਕ ਕਨਵਰਟਰ ਸਰਕਾਰ ਨੇ ਕਾਨੂੰਨ ਬਣਾਏ ਆ, ਪਰ ਉਹ ਅਜੇ ਵੀ ਰੁਕੇ ਨਹੀਂ। ਸੱਤਵੀਂ ਗੱਲਬਾਤ ਤੁਹਾਡੇ ਨਾਲ ਅੱਜ ਇਹ ਕਰਨੀ ਹੈ ਕਿ ਜਨਵਰੀ 1 ਤੋਂ ontario ਦੇ ਵਿੱਚ ਫਾਰਮਾਸਿਸਟ ਮਰੀਜ਼ਾਂ ਨੂੰ ਦਵਾਈ ਲਿਖ ਸਕਦੇ ਆ, ਤੁਹਾਨੂੰ ਡਾਕਟਰ ਕੋਲ ਜਾਣ ਦੀ ਲੋੜ ਨਹੀਂ, ਫਾਰਮੇਸੀ ਤੋਂ ਦਵਾਈ ਲਿਖਵਾਈ ਜਾ ਸਕਦੀ ਹੈ। ਅੱਠਵੀਂ ਗੱਲਬਾਤ ਤੁਹਾਡੇ ਨਾਲ ਅੱਜ ਕਰਨੀ ਹੈ ਕੋਵਿਡ ਨਿਯਮਾਂ ਦੀ ਉਲੰਘਣਾ ਕਾਰਨ ਜਿਹੜਾ ਲੱਖਾਂ ਡਾਲਰਾਂ ਦਾ ਜੁਰਮਾਨਾ ਪਿਛਲੇ ਸਮੇਂ ਦੇ ਵਿੱਚ ਹੋਇਆ, ਉਹਦੇ ਬਾਰੇ ਵੀ ਗੱਲਬਾਤ ਤੁਹਾਡੇ ਨਾਲ ਕਰਾਂਗੇ। ਅਤੇ ਜੇ ਸਮਾਂ ਹੋਇਆ ਆਪਾਂ ਚੀਨ ਦੇ ਵਿੱਚ ਕੋਵਿਡ ਦੀ ਕੀ ਹਾਲਤ ਹੈ ਇਸ ਵੇਲੇ, ਉਹ ਨਵਾਂ ਮਾਮਲਾ ਤੁਹਾਡੇ ਨਾਲ ਆਪਾਂ ਸਾਂਝਾ ਕਰਨਾ। ਸਭ ਤੋਂ ਪਹਿਲੀ ਗੱਲਬਾਤ ਇੱਕ ਦੁੱਖ ਵਾਲੀ ਖਬਰ ਕਿ ਜਿਹੜਾ ਹੈਡਲੀਮੈਂਟ ਕਾਊਂਟੀ ਆ, ਉੱਥੇ ਇੱਕ ontario OPP ਕਾਂਸਟੇਬਲ ਦੀ ਡਿਊਟੀ ਨਿਭਾਉਂਦਿਆਂ ਇੱਕ ਗੋਲੀ ਦੇ ਨਾਲ ਮੌਤ ਹੋ ਗਈ ਹੈ, ਜਿਹਨੇ ਮਤਲਬ ਲੋਕਾਂ ਨੂੰ ਇੱਕ ਵਾਰੀ ਹਿਲਾ ਕੇ ਰੱਖ ਦਿੱਤਾ। ontario ਪ੍ਰੋਵਿੰਸ਼ੀਅਲ ਪੁਲਿਸ OPP ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ। ਕਾਂਸਟੇਬਲ ਗੈਰਚ ਜਿਹੜੇ ਪੀਰਸ ਚੈਲਾ ਉਹਨਾਂ ਦਾ ਨਾਂ ਦੱਸਿਆ ਜਾ ਰਿਹਾ, ਗ੍ਰੈਗਰਸ ਪੀਰਸ ਚੈਲਾ, ਉਹਨਾਂ ਦੀ ਮੌਤ ਇਹਦੇ ਵਿੱਚ ਹੋ ਗਈ ਹੈ। ਉਹਨਾਂ ਨੇ ਦੱਸਿਆ ਕਿ ਇੱਕ ਵਿਅਕਤੀ ਜਿਹੜਾ ਸੀਗਾ, 2 ਜਣੇ ਉਹਨਾਂ ਨੂੰ ਅਰੈਸਟ ਕੀਤਾ ਗਿਆ, ਇੱਕ ਔਰਤ ਆ ਇੱਕ ਮਰਦ ਆ, 25-30 ਸਾਲ ਦੇ ਵਿਚਕਾਰ ਦੋਵਾਂ ਦੀ ਉਮਰ ਦੱਸੀ ਜਾ ਰਹੀ ਹੈ। ਬਾਕੀ ਜਿਹੜੇ ਬੰਦੇ ਨੇ ਉਹਨਾਂ ਨੂੰ ਲੱਭਿਆ ਜਾ ਰਿਹਾ ਕਿ ਕਿੱਥੇ ਹੈਗੇ ਆ। ਹਜੇ ਤੱਕ ਇਹ ਨਹੀਂ ਦੱਸਿਆ ਗਿਆ ਕਿ ਇਹਦੇ ਉੱਤੇ ਕਿਸ ਕਿਸਮ ਦੇ ਦੋਸ਼ ਲਾਏ ਗਏ ਆ, ਹੋਰ ਬੰਦੇ ਕਿਉਂ ਗੋਲੀ ਮਾਰੀ ਗਈ, ਗੱਲਬਾਤ ਕੀ ਸੀਗੀ। ਜਿਹੜੇ ਪੀਰ ਚੈਲਾ ਸੀ ਦੱਸਦੇ ਆ ਕਿ ਕੱਲ੍ਹ ਮੰਗਲਵਾਰ ਨੂੰ ਪੌਣੇ 3 ਵਜੇ ਦੇ ਕਰੀਬ ਹਮਿਲਟਨ ਤੋਂ 40 ਕਿਲੋਮੀਟਰ ਦੂਰ ਇੱਕ ਜਿਹੜਾ ਇੰਟਰਸੈਕਸ਼ਨ ਦੇ ਉੱਤੇ ਇੱਕ ਜਿਹੜਾ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਜਿਹੜੀ ਡਿੱਚ ਆ ਉਹਦੇ ਵਿੱਚ ਗੱਡੀ ਡਿੱਗੀ ਪਈ ਆ ਅਤੇ ਉੱਥੇ ਜਾਣਾ ਆ। ਉੱਥੇ ਜਿਹੜੇ ਇੱਥੇ ਦੇ ਮੂਲ ਨਿਵਾਸੀ ਨੇ ਉਹ ਬਹੁਤ ਸਾਰੇ ਹੈਗੇ ਨੇ ਉੱਥੇ, ਅਤੇ ਉੱਥੇ ਕਹਿੰਦੇ ਜਦੋਂ ਇਹ ਗਏ ਆ, ਜਿਹੜਾ ਗ੍ਰੈਂਡ ਰਿਵਰ ਦਾ ਇਲਾਕਾ ਵੀ ਆ, ਕਾਂਸਟੇਬਲ ਪੀਰਸ ਚੈਲਾ ਮੌਕੇ ਦੇ ਉੱਤੇ ਪਹੁੰਚਿਆ ਤਾਂ ਉਹਨੂੰ ਗੋਲੀ ਮਾਰ ਦਿੱਤੀ ਗਈ, ਜ਼ਖਮੀ ਹੋ ਗਿਆ, ਹਸਪੀਟਲ ਲੈ ਕੇ ਆਏ ਜਿੱਥੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਅਤੇ 28 ਸਾਲ ਇਹਨਾਂ ਦੀ ਉਮਰ ਸੀ, ਹਜੇ ਸਾਲ ਹੀ ਹੋਇਆ ਸੀ ਪੁਲਿਸ ਵਿੱਚ ਭਰਤੀ ਹੋਇਆ ਨੂੰ। ਕਹਿੰਦੇ ਬਹੁਤ ਹਸਮੁਖ ਸੁਭਾਅ ਅਤੇ ਇੱਕ ਬੇਹੱਦ ਚੰਗਾ ਇਨਸਾਨ ਇਹ ਵਿਅਕਤੀ ਸੀ ਜਿਹਨੂੰ ਮਾਰ ਦਿੱਤਾ ਗਿਆ। ਜਿਹੜੇ 2 ਜਣੇ ਸੀਗੇ ਉੱਥੇ ਮਤਲਬ ਉੱਥੋਂ ਦੌੜਦੇ ਦੇਖਿਆ ਉਹਨਾਂ ਨੇ, ਇੱਕ ਔਰਤ ਅਤੇ ਇੱਕ ਮਰਦ ਨੂੰ। ਉਹਨਾਂ ਨੇ ਇਹਨੂੰ ਗੋਲੀ ਕਿਉਂ ਮਾਰੀ ਇਹ ਨਹੀਂ ਹਜੇ ਤੱਕ ਪਤਾ ਲੱਗਿਆ। ਅਤੇ ਜਦੋਂ ਅਲਰਟ ਜਾਰੀ ਕਰ ਦਿੱਤਾ ਪੁਲਿਸ ਨੇ ਉਸੇ ਵੇਲੇ ਕਿ ਇਸ ਤਰ੍ਹਾਂ ਦੇ 2 ਜਣੇ ਨੇ, ਔਰਤ ਮਰਦ ਜਿਹੜੇ ਭੱਜਦੇ ਦੇਖੇ ਗਏ ਆ। ਅਤੇ ਪੌਣੇ 6 ਵਜੇ ਜਦੋਂ ਅਲਰਟ ਜਾਰੀ ਕੀਤਾ ਗਿਆ ਉਹਦੇ 'ਚ ਇਹਨਾਂ ਦੀਆਂ ਤਸਵੀਰਾਂ ਵੀ ਲਗਭਗ ਦੇ ਦਿੱਤੀਆਂ ਗਈਆਂ ਅਤੇ 7 ਵਜੇ ਫਿਰ ਅਲਰਟ ਹਟਾ ਦਿੱਤਾ ਗਿਆ ਸੀ। ਅਤੇ ਇਹਦੇ ਮਤਲਬ ਪੂਰੇ ਜਿਹੜੇ ਲੋਕ ਨੇ ਉੱਥੋਂ ਦੇ, ਉਹ ਇਸ ਘਟਨਾ ਦੇ ਨਾਲ ਗਹਿਰੇ ਸਦਮੇ ਦੇ ਵਿੱਚ ਆ ਕਿ ਜਦੋਂ ਅਲਰਟ ਜਾਰੀ ਕੀਤਾ ਕਿ ਇੱਥੇ ਹਥਿਆਰਬੰਦ ਲੋਕ ਫਿਰਦੇ ਆ, ਲੋਕ ਆਪਣੇ ਬੱਚਿਆਂ ਨੂੰ ਲੈ ਕੇ ਵੀ ਚਿੰਤਤ ਹੋ ਗਏ ਵੀ ਜਿਹੜੇ ਪੁਲਿਸ ਵਾਲਿਆਂ ਨੂੰ ਗੋਲੀ ਮਾਰ ਸਕਦੇ ਆ ਉਹ ਕਿਸੇ ਨੂੰ ਵੀ ਗੋਲੀ ਮਾਰ ਸਕਦੇ ਆ। ਅਤੇ ਇਹਦਾ ਕਾਫੀ ਅਫਸੋਸ ਉੱਥੇ ਪ੍ਰਗਟ ਕੀਤਾ ਜਾ ਰਿਹਾ ਇਸ ਮੌਤ ਦਾ। ਹੁਣ ਕਿਉਂਕਿ ਸ਼ੱਕੀ ਵਿਅਕਤੀ ਦਾ ਸੰਬੰਧ ਮੂਲ ਨਿਵਾਸੀ ਭਾਈਚਾਰੇ ਦੇ ਨਾਲ ਲੱਗਦਾ ਆ, ਅਤੇ ਹੁਣ ਇਹ ਵੀ ਡਰ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਲੋਕ ਫਿਰ ਇਸ ਭਾਈਚਾਰੇ ਦੇ ਖਿਲਾਫ ਵੀ ਚੰਗਾ ਮਾੜਾ ਬੋਲਣ ਲੱਗ ਜਾਂਦੇ ਆ, ਜਿਹੜਾ ਕਿ ਨਹੀਂ ਬੋਲਣਾ ਚਾਹੀਦਾ। ਸੋ ਜਿਹੜੇ ਮਿਸੀਸਾਗਸ ਆਫ ਦ ਕ੍ਰੈਡਿਟ ਨੇਸ਼ਨ, ਉਹਨਾਂ ਦੇ ਮੁਖੀ, ਉਹਨਾਂ ਨੇ ਵੀ ਇਸ ਘਟਨਾ ਦੇ ਉੱਤੇ ਮਤਲਬ ਸੋਗ ਪ੍ਰਗਟ ਕੀਤਾ ਅਤੇ ਉਹ ਕਹਿੰਦੇ ਵੀ ਅਸੀਂ ਹਰ ਤਰ੍ਹਾਂ ਦੀ ਮਦਦ ਕਰਾਂਗੇ। ਅਤੇ 6 ਨੇਸ਼ਨਸ ਆਫ ਦ ਗ੍ਰੈਂਡ ਰਿਵਰ, ਉਹਦੇ ਚੀਫ ਜਿਹੜੇ ਮਾਰਕ ਹਿੱਲ ਨੇ, ਉਹਨਾਂ ਦੇ ਵੀ ਇਸ ਉੱਤੇ ਵੀ ਸਾਨੂੰ ਜੋ ਸਾਡੀ ਮਦਦ ਚਾਹੀਦੀ ਹੈ ਇਸ ਮਾਮਲੇ ਦੇ ਵਿੱਚ ਉਹ ਵੀ ਅਸੀਂ ਦੇ ਸਕਦੇ ਹਾਂ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਹਨਾਂ ਨੇ ਇਹਦੇ ਉੱਤੇ ਬਹੁਤ ਜਿਹੜਾ ਗਹਿਰਾ ਅਫਸੋਸ ਪ੍ਰਗਟ ਕੀਤਾ। ontario ਦੇ ਪ੍ਰੀਮੀਅਰ ਡਗ ਫੋਰਡ ਨੇ, ਉਹ ਕਹਿੰਦੇ ਵੀ ਅਸੀਂ ਦਹਿਲ ਗਏ ਹਾਂ ਇਸ ਮੌਤ ਦੇ ਨਾਲ, ਅਤੇ ਉਹਨਾਂ ਨੇ ਸ਼ੁਕਰੀਆ ਵੀ ਕੀਤਾ ਕਿ ਜਿਹਨਾਂ ਲੋਕਾਂ ਨੇ ਜਿਹੜੇ ਸ਼ੱਕੀ ਵਿਅਕਤੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ। ਸੱਚਮੁੱਚ
ਡਿਊਟੀ ਕਰਦੇ ਪੁਲਿਸ ਵਾਲੇ ਦੀ ਗੋਲੀ ਮਾਰ ਕੇ ਦਿਨ ਦਿਹਾੜੇ ਮੌਤ ਕਰ ਦੇਣੀ ਇੱਕ ਦਿਲ ਦਹਿਲਾ ਦੇਣੀ ਵੀ ਗੱਲ ਆ। ਆਮ ਤੌਰ ਦੇ ਉੱਤੇ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾ ਨਹੀਂ ਵਾਪਰਦੀਆਂ, ਪਰ ਇਹ ਇੱਕ ਸੱਚਮੁੱਚ ਚਿੰਤਾ ਵਾਲੀ ਗੱਲ ਦੱਸੀ ਜਾ ਰਹੀ ਹੈ। ਅਤੇ ਇਹ ਇਸ ਤਰ੍ਹਾਂ ਦੀਆਂ ਪਹਿਲਾਂ ਜਦੋਂ ਵੀ ਘਟਨਾਵਾਂ ਵਾਪਰਦੀਆਂ ਹੁਣ ਉਹਨੂੰ ਦੇਖਿਆ ਜਾ ਰਿਹਾ ਕਿ ਕਿੰਨੀਆਂ ਇਹਨਾਂ ਘਟਨਾਵਾਂ ਦੇ ਵਿੱਚ ਵਾਧਾ ਹੋਇਆ ਹੈ, ਚਾਹੇ ਉਹ ਪੁਲਿਸ ਵਾਲਿਆਂ ਦੀਆਂ ਮੌਤ ਆ ਅਤੇ ਚਾਹੇ ਪੁਲਿਸ ਵਾਲਿਆਂ ਦੀ ਗੋਲੀ ਨਾਲ ਮਰਨ ਵਾਲੇ ਦੂਜੇ ਲੋਕਾਂ ਦੀ ਮੌਤ ਆ। ਇਹਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਵਾਧਾ ਹੋਇਆ ਦੱਸਿਆ ਜਾ ਰਿਹਾ। ਦੋਸਤੋ, ਫੈਮਿਲੀ ਡਾਕਟਰਸ ਦਾ ਮਾਮਲਾ ਅਸੀਂ ਬਹੁਤ ਵਾਰੀ ਡਿਸਕਸ ਕਰ ਚੁੱਕੇ ਹਾਂ ਅਤੇ ਇਹ ਅੱਜ ਕੈਨੇਡਾ ਦੇ ਵਿੱਚ ਬਹੁਤ ਵੱਡੀ ਗਿਣਤੀ ਲੋਕਾਂ ਦੀ ਹੈ ਜਿਨ੍ਹਾਂ ਦੇ ਕੋਲ ਫੈਮਿਲੀ ਡਾਕਟਰ ਹੈ ਨਹੀਂ। ਕਿਸੇ ਨੇ ਦਵਾਈ ਪ੍ਰਸਕ੍ਰਾਈਬ ਕਰਾਉਣੀ ਹੈ, ਕਿਸੇ ਨੇ ਜਿਹੜੀ ਉਹਨਾਂ ਨੇ ਰੀਫਿਲ ਆ ਉਹਦੇ ਲਈ ਦੁਬਾਰਾ ਉਹਨਾਂ ਨੇ ਪ੍ਰਸਕ੍ਰਿਪਸ਼ਨ ਲੈਣੀ ਹੈ, ਉਹ ਸਾਰੇ ਕੁਛ ਦੇ ਲਈ ਫੈਮਿਲੀ ਡਾਕਟਰ ਹੀ ਹੈ ਨਹੀਂ। ਕਈ ਮਾਮਲੇ ਦੇ ਸਾਹਮਣੇ ਆ ਚੁੱਕੇ ਆ, ਲੋਕ ਤਰਸ ਰਹੇ ਆ ਫੈਮਿਲੀ ਡਾਕਟਰ ਨੂੰ। ontario ਦੇ ਵਿੱਚ ਵੱਡੀ ਗਿਣਤੀ ਦੱਸੀ ਜਾ ਰਹੀ ਹੈ, ਇੱਥੇ BC ਦੇ ਵਿੱਚ ਮਿਲੀਅਨ ਦੇ ਕਰੀਬ ਲੋਕ ਨੇ। ਹੁਣ ਮਾਮਲਾ ਕੀ ਆ? ਲੋਕ ਕਹਿੰਦੇ ਵੀ ਇਹ ਸਮੱਸਿਆ ਪਹਿਲਾਂ ਦੀ ਸੀਗੀ, ਦਿਸੀ ਨਹੀਂ ਕਿਸੇ ਨੂੰ। ਵੀ ਇੱਕ ਜਿਹੜੀ ਟ੍ਰੇਨ ਬਹੁਤ ਪਹਿਲਾਂ ਸਮਾਂ ਚੱਲੀ ਸੀ ਉਹ ਹੁਣ ਸਟੇਸ਼ਨ ਦੇ ਉੱਤੇ ਆ ਕੇ ਜਦੋਂ ਸਾਡੇ ਸਾਹਮਣੇ ਖੜੀ ਹੋ ਗਈ ਆ, ਪਰ ਉਹ ਚੱਲੀ ਪਹਿਲਾਂ ਤੋਂ ਹੀ ਸੀ। ਮਤਲਬ ਇਹਦਾ ਕੀ ਆ ਕਿ ਸਮੱਸਿਆ ਪਹਿਲਾਂ ਤੋਂ ਹੀ ਆ ਰਹੀ ਸੀ, ਹੌਲੀ ਹੌਲੀ ਬਣਦੀ ਇੱਥੇ ਤੱਕ ਬਣਦੀ ਗਈ ਅਤੇ ਹੁਣ ਇਹ ਆ ਗਈ। ਆਉਣ ਵਾਲੇ ਸਮੇਂ ਦੇ ਵਿੱਚ ਸਮੱਸਿਆ ਹੋਰ ਵੱਡੀ ਹੋ ਜਾਣੀ। ਉਹਦਾ ਕਾਰਨ ਕੀ ਆ ਵੀ ਜਿਹੜੇ 6 ਫੈਮਿਲੀ ਡਾਕਟਰ ਨੇ ਕੈਨੇਡਾ ਦੇ ਵਿੱਚ, ਉਹਨਾਂ ਦੇ ਵਿੱਚੋਂ ਇੱਕ ਜਿਹੜਾ ਆ ਉਹ 65 ਸਾਲ ਤੋਂ ਉੱਤੇ ਆ ਅਤੇ ਰਿਟਾਇਰਮੈਂਟ ਦੇ ਨੇੜੇ ਆ। ਹੁਣ ਜਦੋਂ ਇਹ ਇੱਕ ਡਾਕਟਰ ਜਿਹੜਾ ਰਿਟਾਇਰ ਹੋ ਗਏ, 6 ਦੇ ਵਿੱਚੋਂ ਇੱਕ 65 ਸਾਲ ਦਾ ਜਾਂ ਰਿਟਾਇਰਮੈਂਟ ਦੇ ਨੇੜੇ ਆ, ਤਾਂ ਆਉਣ ਵਾਲੇ 2 ਸਾਲਾਂ ਤੱਕ ਰਿਟਾਇਰ ਹੋ ਜਾਣੇ। ਜਿਹੜੇ ਵੀ ਤੁਹਾਡੇ ਫੈਮਿਲੀ ਡਾਕਟਰ ਨੇ, ਮੰਨ ਲਓ ਬਜ਼ੁਰਗ ਨੇ ਜਾਂ ਉਹ 65 ਸਾਲ ਦੇ ਨੇੜੇ ਨੇ, ਉਹਨਾਂ ਨੇ ਰਿਟਾਇਰ ਹੋ ਜਾਣਾ ਅਤੇ ਉਸ ਤੋਂ ਬਾਅਦ ਤੁਹਾਨੂੰ ਫੈਮਿਲੀ ਡਾਕਟਰ ਕਿੱਥੋਂ ਲੱਭਣਾ? ਉਹਦੇ ਨਾਲ ਕਈ ਮਿਲੀਅਨ ਲੋਕ ਜਿਹੜੇ ਫਿਰ ਰਹਿ ਜਾਣੇ ਆ ਪਿੱਛੇ। ਇਹਨੂੰ ਹੁਣ ਮਤਲਬ ਸੀਨੀਅਰਸ ਜਿਹੜੇ ਨੇ ਇਹ ਫੈਮਿਲੀ ਡਾਕਟਰ ਯੰਗ ਉਹਨੇ ਨਹੀਂ ਆ ਰਹੇ, ਕਿਉਂਕਿ ਪਹਿਲਾਂ ਜਿਹੜੇ ਆ ਚੁੱਕੇ ਆ ਉਹ ਹੁਣ ਸੀਨੀਅਰ ਨੇ, ਹੋ ਰਹੇ ਨੇ ਅਤੇ 65 ਸਾਲ ਦੇ ਨੇੜੇ ਤੇੜੇ ਉਮਰ ਉਹਨਾਂ ਦੀ ਹੋ ਚੁੱਕੀ ਆ ਅਤੇ ਇਹ ਗਿਣਤੀ ਕਾਫੀ ਜ਼ਿਆਦਾ ਇਹਦੇ ਵਿੱਚ ਵੱਧ ਰਹੀ ਹੈ ਫੈਮਿਲੀ ਡਾਕਟਰਸ ਦੇ ਵਿੱਚ। 65 ਜਾਂ ਇਹਦੇ ਤੋਂ ਉੱਤੇ 15% ਸ਼ੇਅਰ ਹੋ ਗਿਆ, ਜਿਹੜਾ ਕਿ ਡਬਲ ਹੋ ਗਿਆ 6.5 ਸੀਗਾ ਪਿਛਲੇ 20 ਸਾਲ ਤੱਕ। ਸੋ ਇਹ ਜਿਹੜਾ ਇੱਕ ਐਨਾਲਿਸਿਸ ਕੁਛ ਨਿਊਜ਼ ਗਰੁੱਪਸ ਨੇ ਕਰਕੇ ਦੇਖਿਆ ਹੈ, ਜਿਹੜੀ ਕੈਨੇਡੀਅਨ ਇੰਸਟੀਚਿਊਟ ਆਫ ਹੈਲਥ ਇਨਫੋਰਮੇਸ਼ਨ ਆ CIHI, ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਫੈਮਿਲੀ ਡਾਕਟਰਸ ਦੇ ਵਿੱਚ ਜਦੋਂ ਇਹਨੂੰ ਉਮਰ 'ਚ ਵੰਡ ਕੇ ਦੇਖਿਆ ਜਾਂਦਾ ਵੀ 65 ਤੋਂ ਉੱਪਰ ਵਾਲੇ ਕਿੰਨੇ ਆ, 40 ਤੋਂ ਉੱਪਰ ਵਾਲੇ ਕਿੰਨੇ ਆ, ਇੰਨੇ ਤੋਂ ਉੱਪਰ ਵਾਲੇ ਕਿੰਨੇ ਆ, ਤਾਂ ਉਹਦੇ ਵਿੱਚ 65 ਤੋਂ ਉੱਪਰ ਵਾਲੇ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ। ਉਹ ਇਸ ਕਰਕੇ ਹੋ ਰਿਹਾ ਕਿਉਂਕਿ ਇਹ ਹੁਣ ਨੇੜੇ ਉਹ ਪੀੜ੍ਹੀ ਆ ਰਹੀ ਆ। ਇਸੇ ਪੀਰੀਅਡ ਦੇ ਵਿੱਚ ਜਿਹੜੇ ਫੈਮਿਲੀ ਡਾਕਟਰਸ ਆ ਜਿਨ੍ਹਾਂ ਦੀ ਉਮਰ 40 ਤੋਂ ਲੈ ਕੇ 49 ਸਾਲ ਆ, ਉਹ ਘਟ ਗਈ ਆ। ਉਹ ਜਿਹੜੀ ਆ 34% ਤੋਂ ਘਟ ਕੇ 22% ਰਹਿ ਗਈ ਆ। ਹੁਣ ਉਹ ਘਟ ਗਈ ਇਸ ਕਰਕੇ ਆ ਕਿਉਂਕਿ ਪਿੱਛੋਂ ਨਹੀਂ ਆ ਰਹੇ। 40 ਤੋਂ 49 ਸਾਲ ਵਾਲੀ ਗਿਣਤੀ ਤਾਂ ਵਧੂਗੀ ਜੇਕਰ 40 ਸਾਲ ਵਾਲੇ ਡਾਕਟਰ ਜ਼ਿਆਦਾ ਆਉਣਗੇ ਉਧਰਲੇ ਪਾਸੇ, ਨਵੇਂ ਡਾਕਟਰ ਇੱਧਰਲੇ ਪਾਸੇ ਆ ਨਹੀਂ ਰਹੇ। 65 ਤੋਂ ਉੱਪਰ ਵਾਲੇ ਦੀ ਗਿਣਤੀ ਵੱਧ ਗਈ ਆ, ਉਹ ਡਬਲ ਹੋ ਗਈ। ਉਹ ਇਸ ਕਰਕੇ ਵੱਧ ਗਈ ਆ ਕਿ ਜਿਹੜੇ ਇਹ ਹੁਣ 49 ਤੋਂ ਉੱਤੇ ਜਾ ਰਹੇ ਆ ਜਾਂ 65 ਵੱਲ ਨੂੰ ਜਾ ਰਹੇ ਆ, ਉਹਨਾਂ ਦੀ ਗਿਣਤੀ ਉਹ ਬਜ਼ੁਰਗ ਹੋ ਰਿਹਾ ਅਤੇ ਕੁਦਰਤੀ ਵੀ ਗਿਣਤੀ ਵੱਧ ਰਹੀ ਹੈ। ਸੋ ਇਹ ਇਸ ਵੇਲੇ ਇੱਕ ਵੱਡੀ ਸਮੱਸਿਆ ਆ। ਜਿਹੜੇ ਪ੍ਰੋਵਿੰਸਿਸ ਨਿਊ ਬਰੰਸਵਿਕ, ਕੁਬੈਕ, ਉਹਨਾਂ ਦੇ ਵਿੱਚ ਸਭ ਤੋਂ ਵੱਡਾ ਸ਼ੇਅਰ ਆ 65 ਸਾਲ ਤੋਂ ਉੱਪਰ ਵਾਲਿਆਂ ਦਾ। 18% 2021 ਦੇ ਵਿੱਚ ਸੀਗੇ। ਪ੍ਰਿੰਸ ਐਡਵਰਡ ਆਈਲੈਂਡ ਅਤੇ ਨੋਵਾ ਸਕੋਸ਼ੀਆ ਅਗਲੇ ਨੰਬਰਾਂ ਦੇ ਉੱਤੇ ਆਉਂਦੇ ਆ ਜਿਹੜੇ ਏਜਡ ਫਿਜ਼ੀਸ਼ੀਅਨਸ ਨੇ। ਹੁਣ ਉਹ ਇਸ ਕ੍ਰਾਈਸਿਸ ਦੇ ਵਿੱਚੋਂ ਨਿਕਲਣ ਦੇ ਲਈ ਕੋਈ ਨਾ ਕੋਈ ਹੱਲ ਕੀਤਾ ਜਾ ਰਿਹਾ ਔਰ ਦੇਸ਼ ਦੇ ਵਿੱਚ ਬਹੁਤ ਸਾਰਿਆਂ ਦੇ ਉੱਤੇ ਉਹਨਾਂ ਨੂੰ ਰਿਕਰੂਟ ਕਰਨ ਲਈ ਸਟਰਗਲ ਕੀਤਾ ਜਾ ਰਿਹਾ। ਨਵੇਂ ਜਿਹੜੇ ਡਾਕਟਰ ਬਣਦੇ ਆ ਉਹ ਇਸ ਪਾਸੇ ਆਉਣ ਨੂੰ ਤਿਆਰ ਹੀ ਨਹੀਂ। ਜਿਹੜੀ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਆ ਉਹ ਇਹਦੇ ਵਿੱਚ ਬਹੁਤ ਟਫ ਸਪੌਟ ਲੱਗਦਾ ਉਹਨਾਂ ਨੂੰ ਕਿ ਇਹ ਕੰਮ 'ਚ ਪੈਣਾ ਹੀ ਨਹੀਂ ਚਾਹੀਦਾ। ਨਾ ਤਾਂ ਕੋਈ ਪੈਸਾ ਬਚਦਾ, ਕੰਮ ਦੁੱਗਣਾ ਤਿੱਗਣਾ ਹੈ ਕਿ ਜਿਹੜਾ ਇੱਕ ਡਾਕਟਰ ਫੈਮਿਲੀ ਡਾਕਟਰ ਆ ਉਹਨੂੰ ਆਪਣਾ ਬਿਜ਼ਨਸ ਆਪ ਚਲਾਉਣਾ ਪੈਂਦਾ। ਵੀ ਜਿਹੜੀ ਥਾਂ ਦੇ ਉੱਤੇ ਰਹਿ ਰਿਹਾ ਉਹ ਪਹਿਲਾਂ ਉਹਨੂੰ ਰੈਂਟ ਕਰਨਾ ਪਊਗਾ, ਫਿਰ ਹਿਸਾਬ ਕਿਤਾਬ ਰੱਖਣ ਲਈ ਬੰਦਾ ਰੱਖਣਾ ਪਊਗਾ, ਫਿਰ ਹੋਰ ਕੰਮ ਕਰਨੇ ਪੈਣਗੇ ਅਤੇ ਉਹਦੇ ਵਿੱਚੋਂ ਕਹਿੰਦੇ ਵੀ ਟੈਨਸ਼ਨ ਜ਼ਿਆਦਾ ਹੈ, ਬਚਣ ਬਚਾਉਣ ਨੂੰ ਕੁਛ ਨਹੀਂ ਆ। ਸਾਡੇ BC ਸਰਕਾਰ ਨੇ ਹੁਣ ਪਿਛਲੇ ਸਮੇਂ ਦੇ ਵਿੱਚ ਕਾਫੀ ਕੁਛ ਐਲਾਨ ਕੀਤਾ ਇਹਨਾਂ ਨੂੰ ਇੱਧਰਲੇ ਪਾਸੇ ਖਿੱਚਣ ਦੇ ਲਈ, ਜਿਹਦੇ ਨਾਲ ਲੱਗਦਾ ਹੈ ਕਿ ਕੁਛ ਯੰਗ ਜਿਹੜੇ ਆ ਉਹ ਡਾਕਟਰਸ ਇੱਧਰਲੇ ਪਾਸੇ ਆਉਣਗੇ। ਅਤੇ ਹੁਣ ਜਿਹੜੇ ਉਹ ਕੰਮ ਛੱਡ ਰਹੇ ਆ ਉੱਧਰਲੇ ਪਾਸੇ ਇਹਨਾਂ ਨੂੰ ਪੂਰਤੀ ਕਿਸੇ ਪਾਸਿਓਂ ਨਹੀਂ ਹੋ ਰਹੀ। ਜਿਹੜੀਆਂ ਮਤਲਬ ਫੈਮਿਲੀ ਡਾਕਟਰ ਕਿੰਨੇ ਚਾਹੀਦੇ ਉਹਦੇ ਲਈ ਲਗਾਤਾਰ ਸਰਕਾਰ ਐਡ ਵੀ ਪਾ ਰਹੀ ਹੈ ਵੀ ਇੰਨੇ ਬੰਦੇ ਚਾਹੀਦੇ ਆ, ਇੱਥੇ ਚਾਹੀਦੇ ਆ, ਤੁਸੀਂ ਆ ਜਾਓ। ਪਰ ਉਹ ਕਿਤੇ ਨਾ ਕਿਤੇ ਜਿਹੜਾ ਗੈਪ ਆ ਕੇ ਜਿਹੜੇ ਬਾਹਰਲੇ ਦੇਸ਼ਾਂ ਤੋਂ ਡਾਕਟਰ ਬਣ ਕੇ ਆਏ ਆ ਇੱਥੇ ਟਰੱਕ ਚਲਾ ਰਹੇ ਆ,
ਉਹਨਾਂ ਨੂੰ ਇੱਧਰਲੇ ਪਾਸੇ ਕਿੱਦਾਂ ਲਿਆਂਦਾ ਜਾਣਾ। ਡਾਕਟਰ ਬਹੁਤ ਨੇ, ਟੈਸਟ ਕਲੀਅਰ ਕਰ ਲੈਂਦੇ ਆ, ਰੈਜ਼ੀਡੈਂਸੀ ਦੇ ਸਪੌਟ ਹੈ ਨਹੀਂ ਜਿਹੜੇ ਇੱਥੇ ਆ ਕੇ ਉਹਨਾਂ ਨੇ ਕੋਰਸ ਕਰਨਾ ਜਾਂ ਥੋੜ੍ਹਾ ਬਹੁਤ ਉਹਨਾਂ ਦਾ ਕੋਈ ਹਿਸਾਬ ਕਿਤਾਬ ਹੁੰਦਾ, ਉਹਨਾਂ ਨੂੰ ਪ੍ਰੈਕਟਿਸ ਕਰਨੀ ਪੈਂਦੀ ਆ, ਉਹ ਜਗ੍ਹਾ ਹੈ ਨਹੀਂ ਇੱਥੇ। ਤੇ ਫਿਰ ਵੱਡੀ ਸਮੱਸਿਆ ਜਿਹੜੀ ਇਸ ਵੇਲੇ ਉਹਨਾਂ ਦੇ ਕੋਲ ਆ ਰਹੀ ਆ। ਸੋ ਹੁਣ ਇਹ 65 ਸਾਲ ਤੋਂ ਜ਼ਿਆਦਾ ਉਮਰ ਵਾਲੇ ਡਾਕਟਰਾਂ ਦੀ ਗਿਣਤੀ ਵਧਣ ਦਾ ਮਤਲਬ ਆ ਕਿ ਜਿਨ੍ਹਾਂ ਦੇ ਫੈਮਿਲੀ ਫਿਜ਼ੀਸ਼ੀਅਨ ਬਜ਼ੁਰਗ ਨੇ ਤੇ ਜਾਂ ਰਿਟਾਇਰ ਹੋਣ ਦੇ ਨੇੜੇ ਨੇ, ਉਹਨਾਂ ਨੂੰ ਫਿਰ ਹੁਣ ਸੋਚ ਲੈਣਾ ਚਾਹੀਦਾ ਵੀ ਅਗਲਾ ਫੈਮਿਲੀ ਡਾਕਟਰ ਉਹਨਾਂ ਦਾ ਕੌਣ ਹੋਊਗਾ, ਕਿਉਂਕਿ ਫੈਮਿਲੀ ਡਾਕਟਰ ਖਾਸ ਕਰ ਇੱਥੇ ਜਿੱਥੇ ਆਪਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਹਿ ਰਹੇ ਹਾਂ ਤੇ ਉਧਰਲੇ ਪਾਸੇ ontario ਦੇ ਵਿੱਚ ਲੱਭ ਨਹੀਂ ਰਹੇ। ਸਮੱਸਿਆ ਬਹੁਤ ਵੱਡੀ ਇਸ ਵੇਲੇ ਆ ਰਹੀ ਹੈ। ਜਿਹੜੇ ਦੋਸਤੋ ਇਹ ਡਿਵੈਲਪਡ ਕੰਟਰੀਜ਼ ਨੇ ਜਿੱਥੇ ਅਸੀਂ ਰਹਿ ਰਹੇ ਹਾਂ, ਕੈਨੇਡਾ ਵਰਗੇ ਦੇਸ਼ ਨੇ, ਇਹਨਾਂ ਦੇ ਵਿੱਚ ਇੱਕ ਬਹੁਤ ਖਾਸ ਗੱਲ ਇਹ ਹੁੰਦੀ ਹੈ ਕਿ ਇੱਥੇ 911 ਦੀ ਸਹੂਲਤ ਹੁੰਦੀ ਹੈ ਕਿ ਤੁਸੀਂ ਕਿਸੇ ਵੀ ਸਮੱਸਿਆ ਦੇ ਵਿੱਚ ਫਸ ਜਾਂਦੇ ਹੋ, ਇਹ ਤੁਸੀਂ ਫੋਨ ਕਰਦੇ ਹੋ ਤਾਂ ਤੁਹਾਨੂੰ ਸਿਹਤ ਨਾਲ ਸੰਬੰਧਿਤ ਕੋਈ ਵੀ ਜਿਹੜੀ ਸਮੱਸਿਆ ਜਾਂ ਫਾਇਰ ਐਕਸੀਡੈਂਟ ਆ ਜਾਂ ਕੁਛ ਵੀ ਕਿਸੇ ਵੀ ਸਮੱਸਿਆ ਦੇ ਵਿੱਚ ਤੁਸੀਂ ਫਸ ਜਾਂਦੇ ਹੋ ਜਿੱਥੇ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ, ਉਸ ਵੇਲੇ ਇਹ ਉਸੇ ਵੇਲੇ ਤੁਹਾਡੇ ਕੋਲ ਵਿਦਨ ਮਿੰਟਸ ਪਹੁੰਚ ਜਾਂਦੇ ਆ ਤੇ ਤੁਹਾਡੀ ਮਦਦ ਕਰਦੇ ਆ। ਪਰ ਹੁਣ ਰੌਲਾ ਇਹ ਹੈ ਕਿ ਪਿਛਲੇ ਸਮੇਂ ਦੇ ਵਿੱਚ ਇਹ ਵੀ ਗੱਲਬਾਤ ਚੱਲਦੀ ਰਹੀ ਹੈ, ਪਿਛਲੇ ਸਾਰੇ ਸਾਲ ਦੇ ਵਿੱਚ ਵੀ ਇਹ 911 ਨਾਂ ਦੀ ਰਹਿ ਗਈ ਆ, ਫੋਨ ਕਰਤੇ ਕੋਈ ਨਹੀਂ ਆਉਂਦਾ ਤੇ ਕਈ ਵਾਰੀ ਕਈ ਘੰਟੇ ਲੱਗ ਜਾਂਦੇ ਆ। ਇਹ ਤੋਂ 2022 ਤੋਂ ਪਹਿਲਾਂ ਜਿਹੜਾ 2021 ਦੇ ਵਿੱਚ ਗਰਮੀ ਸੀਗੀ ਉਹਦੇ ਵਿੱਚ ਵੀ ਅਸੀਂ ਦੇਖਿਆ ਸੀ ਕਿ ਕਿੰਨੇ ਲੋਕਾਂ ਦੀ ਮੌਤ ਹੋ ਗਈ ਸੀ, 911 ਕਾਲ ਕਰਦੇ ਰਹੇ ਤੇ ਕੋਈ ਆਇਆ ਹੀ ਨਹੀਂ। ਕਦੇ ਰੌਲਾ ਪੈ ਜਾਂਦਾ ਕਿ ਜੀ ਜਿਹੜੀਆਂ ਐਂਬੂਲੈਂਸਿਸ ਘੱਟ ਆ, ਅਲਬਰਟਾ ਦੇ ਵਿੱਚ ਐਂਬੂਲੈਂਸਿਸ ਹੋਰ ਆ ਗਈਆਂ, ਉਹ ਕਹਿੰਦੇ ਹੁਣ ਐਂਬੂਲੈਂਸਿਸ ਤਾਂ ਆ ਗਈਆਂ, ਚਲਾਉਣ ਵਾਲੇ ਬੰਦੇ ਹੈ ਨਹੀਂ, ਉਹ ਭਰਤੀ ਨਹੀਂ ਪੂਰੇ ਕੀਤੇ ਜਾਂਦੇ, ਲੋਕ ਇੱਧਰਲੇ ਪਾਸੇ ਨਹੀਂ ਆ ਰਹੇ। ਕਈ ਕਾਰਨ ਜਿਹੜੇ ਦੱਸੇ ਜਾਂਦੇ ਆ ਕਿ 911 ਕਾਲ ਦੇ ਉੱਤੋਂ ਇਹ ਟਾਈਮ ਦੇ ਉੱਤੇ ਆਉਂਦੇ ਨਹੀਂ। ਹੁਣ ਉਹਦੇ ਪਾਸੇ ਇੱਕ ਕਾਰਨ ਹੋਰ ਦੱਸਿਆ ਜਾ ਰਿਹਾ ਕਿ ਇਹਨਾਂ ਨੂੰ ਉਹ ਕਾਲਸ ਬਹੁਤ ਪਰੇਸ਼ਾਨ ਕਰਦੀਆਂ ਜਿਹੜੀਆਂ 911 ਦੇ ਉੱਤੇ ਨਹੀਂ ਆਉਣੀਆਂ ਚਾਹੀਦੀਆਂ। ਪੁਲਿਸ, ਫਾਇਰ ਜਾਂ ਮੈਡੀਕਲ ਐਮਰਜੈਂਸੀਜ਼ ਦੇ ਲਈ ਜਦੋਂ ਵੀ ਆਪਾਂ ਜਾਂ ਕੋਈ ਕ੍ਰਾਈਮ ਹੋ ਰਿਹਾ ਹੋਵੇ, ਪ੍ਰੋਗਰੈਸ ਦੇ ਵਿੱਚ ਹੋਵੇ, ਤਾਂ ਉਸ ਵੇਲੇ ਇਹ ਆ ਜਾਂਦੇ ਆ। ਅਦਰਵਾਈਜ਼ ਹੁਣ ਲੋਕ ਇਹਨਾਂ ਨੇ ਬੇਨਤੀ ਵੀ ਕੀਤੀ ਆ ਲੋਕਾਂ ਨੂੰ ਕਿ ਸਾਨੂੰ ਜਦੋਂ ਜ਼ਰੂਰੀ ਹੁੰਦਾ ਜਾਂ ਜਿਹੜੀ ਗੱਲਬਾਤ ਦਾ ਸਾਡੇ ਨਾਲ ਸੰਬੰਧ ਆ ਉਸੇ ਵੇਲੇ ਕਾਲ ਕਰੋ। ਹੁਣ ਇਹਨਾਂ ਨੇ 2022 ਦੇ ਵਿੱਚ ਐਗਜ਼ਾਮਪਲ ਦਿੱਤੀ ਆ ਤੁਹਾਨੂੰ ਕਿ ਆਹ ਕਾਲਾਂ ਵੀ ਸਾਨੂੰ ਆਈਆਂ ਲੋਕਾਂ ਦੀਆਂ ਕਿ ਜਿਹੜੀ ਦਰੱਖਤ ਦੇ ਉੱਤੇ ਬਿੱਲੀ ਆ ਤੇ ਉਹਦੇ ਲਈ ਵੀ ਉਹਨੇ 911 ਕਾਲ ਕੀਤਾ। ਬਿੱਲੀ ਦਰੱਖਤ ਦੇ ਉੱਤੇ ਆ, ਇਸ ਕੰਮ ਦੇ ਲਈ 911 ਕਾਲ ਕੀਤਾ ਗਿਆ, ਜਿਹਦੇ ਨਾਲ ਮਤਲਬ ਹੁਣ ਉਹ ਕਾਲ ਤੇ ਉਹਨਾਂ ਨੂੰ ਅਟੈਂਡ ਕਰਨੀ ਪੈਣੀ ਹੈ। ਜਦੋਂ ਉਹਨਾਂ ਨੂੰ ਸ਼ੱਕ ਪੈਂਦੀ ਆ ਤੇ ਉਹ ਉੱਥੇ ਬੰਦਾ ਵੀ ਭੇਜਦੇ ਆ, ਉੱਥੇ ਉਹ ਐਂਬੂਲੈਂਸ ਵੀ ਜਾਂਦੀ ਆ ਜਾਂ ਪੁਲਿਸ ਵੀ ਜਾਂਦੀ ਹੈ, ਤੇ ਨੁਕਸਾਨ ਤੇ ਉਹ ਹੋ ਗਿਆ ਨਾ। ਨੋਵਾ ਸਕੋਸ਼ੀਆ ਦੇ ਵਿੱਚ ਇੱਕ ਬੰਦੇ ਨੇ ਫੋਨ ਕਰਤਾ, ਕਹਿੰਦਾ ਮੇਰੇ ਸਾਹਮਣੇ ਘਰ ਦਿਸਦਾ, ਇਹਨੂੰ ਅੱਗ ਲੱਗੀ ਆ ਤੇ ਆ ਕੇ ਜਲਦੀ ਅੱਗ ਬੁਝਾਓ। ਹੁਣ ਉਸੇ ਵੇਲੇ ਐਮਰਜੈਂਸੀ ਤੇ ਉਹ ਸਾਰਾ ਅਮਲਾ ਫੈਲਾ ਉਹਨਾਂ ਦਾ ਉੱਥੇ ਪਹੁੰਚ ਗਿਆ। ਉਹ ਜਾਂ ਲੱਭਦੇ ਰਹੇ ਉੱਥੇ ਜਿੱਥੇ ਕਿ ਉਹਨਾਂ ਨੇ ਥਾਂ ਦੱਸੀ ਸੀ, ਤੇ ਉੱਥੇ ਉਹਨਾਂ ਨੂੰ ਅੱਗ ਲੱਗੀ, ਕਿਤੇ ਲੱਭੀ ਨਹੀਂ। ਤੇ ਬਾਅਦ ਦੇ ਵਿੱਚ ਉਹਨੇ ਫਿਰ ਫੋਨ ਕਰਕੇ ਕਿਹਾ, ਕਹਿੰਦਾ ਵੀ ਮੈਨੂੰ ਭੁਲੇਖਾ ਲੱਗ ਗਿਆ, ਅਸਲ 'ਚ ਸੂਰਜ ਛਿਪ ਰਿਹਾ ਸੀ, ਉਹਦੀ ਲਾਲੀ ਸੀਗੀ ਤੇ ਮੈਨੂੰ ਭੁਲੇਖਾ ਇਹ ਪੈ ਗਿਆ ਵੀ ਸ਼ਾਇਦ ਘਰ ਨੂੰ ਅੱਗ ਲੱਗੀ ਹੈ। ਹੁਣ ਉੱਥੇ ਜਿੰਨੇ ਉਹ ਆਏ ਆ, ਇਹ ਗੈਰ ਜ਼ਰੂਰੀ ਕਾਲ ਸੀ ਇੱਕ, ਮਤਲਬ ਇਹ ਹੁਣ ਉਹਨਾਂ ਦਾ ਟਾਈਮ ਤਾਂ ਲੱਗਿਆ, ਉਹ ਲਿਮਿਟਡ ਆ। ਜਦੋਂ ਉਹ ਇੱਧਰਲੇ ਪਾਸੇ ਆ ਗਏ ਤੇ ਦੂਜੇ ਪਾਸੇ ਜਿਹੜੇ ਲੋਕ ਸੀਗੇ ਜਿਨ੍ਹਾਂ ਨੂੰ ਅਸਲ ਦੇ ਵਿੱਚ ਲੋੜ ਸੀਗੀ, ਉਹ ਕਈ ਵਾਰੀ ਇਹਦੇ ਵਿੱਚ ਪਿੱਛੇ ਰਹਿ ਜਾਂਦੇ ਆ। ਸੋ ਕਈ ਮਤਲਬ ਅਜੀਬ ਕਾਲਸ ਉਹ ਕਹਿੰਦੇ ਸਾਨੂੰ ਆਉਂਦੀਆਂ, ਇਸ ਤਰ੍ਹਾਂ ਦੀਆਂ ਕਾਲਸ ਮਤਲਬ ਨਾ ਕੀਤੀਆਂ ਜਾਣ। ਕੋਈ ਚਾਹ ਪੀਣ ਦੇ ਲਈ ਘਰ ਦੇ ਵਿੱਚ 911 ਕਾਲ ਕਰ ਰਿਹਾ ਕਿ ਤੁਸੀਂ ਆ ਜਾਓ, ਇੱਥੇ ਆ ਜਾਓ, ਚਾਹ ਪੀ ਲਓ। ਪੁਲਿਸ ਨੂੰ ਹਰ ਇੱਕ ਨੂੰ ਕਿਸੇ ਤਰ੍ਹਾਂ ਦੀ ਸ਼ੱਕ ਪੈਂਦੀ ਹੈ ਵੀ ਉਹ ਫਿਰ ਉਹਦੀ ਇਨਕੁਆਇਰੀ ਕਰਦੇ, ਜਿਹੜੀ ਕਾਲ ਵੀ ਉੱਥੇ ਆ ਗਈ ਤੇ ਉਹਦੀ ਇਨਕੁਆਇਰੀ ਕਰਨ ਦੇ ਲਈ ਨਿਕਲੇ ਭਾਵੇਂ ਉੱਥੋਂ ਕੁਛ ਵੀ ਨਾ, ਪਰ ਉਹਨਾਂ ਨੂੰ ਜਾਣਾ ਪੈਂਦਾ ਤੇ ਉਹਨਾਂ ਦਾ ਸਮਾਂ ਜਿਹੜਾ ਹੈ ਇਹਦੇ ਵਿੱਚ ਜਿਹੜਾ ਜਾਇਆ ਜਾਂਦਾ। ਆਟਵਾ ਦੇ ਵਿੱਚ ਕਾਲ ਆਈ ਕਿ ਉਹਨਾਂ ਦਾ ਇੱਕ ਪੰਛੀ ਜਿਹੜਾ ਟਰੀ ਦੇ ਉੱਤੇ ਫਸ ਗਿਆ, ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਕੱਢਿਆ ਜਾਵੇ। ਤੇ ਇੱਕ ਬੰਦੇ ਨੇ ਫੋਨ ਕੀਤਾ 911 ਦੇ ਉੱਤੇ ਆਟਵਾ ਦੇ ਵਿੱਚ ਕਿ ਸਾਡੇ ਬੈਕਯਾਰਡ ਦੇ ਵਿੱਚ ਮੱਛਰ ਬਹੁਤ ਆ, ਇਹਦਾ ਕੁਛ ਨਾ ਕੁਛ ਕੀਤਾ ਜਾਵੇ। ਕੁਛ ਜਿਹੜੇ ਦੱਸਦੇ ਆ ਕਿ ਜਿਹੜਾ ਇੱਕ ਬੰਦੇ ਨੇ ਐਮਾਜ਼ੋਨ ਦੇ ਉੱਤੇ ਵਿਟਾਮਿਨ ਸੀ ਦਾ ਆਰਡਰ ਕੀਤਾ ਸੀ, ਉਹ ਕਹਿੰਦੇ ਆਇਆ ਨਹੀਂ, ਵੀ ਜਿਹੜਾ ਮੈਂ ਉਹ ਪੈਕਟ ਮੇਰਾ ਪਹੁੰਚਣਾ ਚਾਹੀਦਾ ਸੀ ਘਰ ਪਹੁੰਚਿਆ ਨਹੀਂ, ਤੇ ਕਿਸੇ ਨਾ ਕਿਸੇ ਤਰ੍ਹਾਂ ਤੁਸੀਂ ਸਾਨੂੰ ਮੇਰਾ ਉਹ ਪੈਕਟ ਲੱਭ ਕੇ ਦਿਓ। ਐਮਾਜ਼ੋਨ ਦੇ ਉਹਦੇ ਉੱਤੋਂ ਕਾਲ ਪੈਕੇਜ ਨੂੰ ਲੱਭਣ ਦੇ ਲਈ ਵੀ ਮੇਰੇ ਕੋਲ ਪਹੁੰਚਿਆ ਨਹੀਂ, ਉਹਦੇ ਵਿੱਚ ਵੀ ਜਿਹਦੇ 'ਚ ਵਿਟਾਮਿਨ ਸੀ ਆ, 911 ਕਾਲ ਕਰ ਰਿਹਾ ਵਿਅਕਤੀ ਕਿ ਸਾਨੂੰ ਇਸ ਕਰਕੇ ਮਤਲਬ ਅਜੀਬ ਕਾਲਾਂ ਇਸ ਸਾਲ ਦੇ ਵਿੱਚ ਉਹਨਾਂ ਨੇ ਕੁਛ ਕੁ ਜਿਹੜੀਆਂ ਉਦਾਹਰਨਾਂ ਦਿੱਤੀਆਂ। ਹੁਣ ਕਈ ਵਾਰੀ ਟੋਰਨੇਡੋ ਅਲਰਟ ਆ ਜਾਂਦੇ ਕਿ ਫਲਾਣੇ ਥਾਂ ਦੇ ਉੱਤੇ ਤੂਫਾਨ ਆਉਣਾ, ਜਿਹੜਾ ਵੀ ਟੀਵੀ 'ਤੇ ਪ੍ਰੋਗਰਾਮ ਚੱਲਦਾ ਉਹਨੂੰ ਰੋਕ ਕੇ ਤੁਹਾਨੂੰ ਪਤਾ ਕਿ ਅਲਰਟ ਆ ਜਾਂਦਾ। ਉਹ ਬੰਦੇ ਨੇ 911 ਕਾਲ ਕੀਤੀ ਕਿ ਮੈਂ ਜਿਹੜਾ ਟੀਵੀ ਦਾ ਆਪਣਾ ਫੇਵਰਟ ਪ੍ਰੋਗਰਾਮ ਦੇਖ ਰਿਹਾ, ਉਹਨੂੰ ਇੰਟਰਪਟ ਕਰਤਾ ਤੇ ਵਿੱਚ ਇਹ ਟੋਰਨੇਡੋ ਅਲਰਟ ਦੇਣ ਲੱਗ ਪਏ ਆ। ਸੋ ਇਸ ਗੱਲਬਾਤ ਤੋਂ ਬਚਣ ਦੇ ਲਈ ਕਿ ਕੋਈ ਹੋਟਲ ਪੁੱਛ ਰਿਹਾ ਕਿ ਅਸੀਂ ਇੱਥੇ ਆਏ ਹਾਂ ਕਿ ਸਾਨੂੰ ਲੋਕਲ ਹੋਟਲ ਦੱਸ ਦਿਓ,
ਕਿਹੜਾ ਹੈਗਾ ਆ। ਕੋਈ ਨੌਨ ਐਮਰਜੈਂਸੀ ਨੰਬਰ ਹੀ ਪੁੱਛ ਰਿਹਾ ਵੀ ਇਸ ਕੰਮ ਦੇ ਲਈ ਸਾਨੂੰ ਦੱਸੋ ਜੀ, ਨੰਬਰ ਕਿਹੜਾ ਡਾਇਲ ਕਰ ਰਹੇ ਆ। ਜਿਹੜੀਆਂ ਗੱਲਾਂ ਬਾਤਾਂ ਮਤਲਬ ਨਹੀਂ ਉੱਥੇ ਕਰਨੀਆਂ ਚਾਹੀਦੀਆਂ। ਤੇ ਇੱਕ ਐਡਮਿੰਟਨ ਦੇ ਵਿੱਚ ਕਿਸੇ ਨੇ ਕਾਲ ਕੀਤੀ ਕਿ ਅਪਾਰਟਮੈਂਟ ਦੇ ਵਿੱਚ ਕੋਈ ਜਿਹੜਾ ਆ ਬੰਦਾ ਅੰਦਰ ਲੌਕ ਹੋ ਗਿਆ ਹੈ ਤੇ ਚਾਬੀਆਂ ਨਹੀਂ ਆ, ਉਹਦੇ ਲਈ ਕੁਛ ਨਾ ਕੁਛ ਕਰੋ। ਮਤਲਬ ਨੋਵਾ ਸਕੋਸ਼ੀਆ ਦੇ ਵਿੱਚ ਇੱਕ ਕਾਲ ਕੀਤੀ ਗਈ, ਜਿਹੜੀ ਉਹਨੂੰ ਰੀਡਾਇਰੈਕਟ ਕਰਨ ਦੇ ਵਿੱਚ ਇਹਨਾਂ ਨੂੰ ਟਾਈਮ ਲੱਗਦਾ ਆ ਕਿ ਕਾਰ ਜਿਹੜੀ ਆ ਉਹਨਾਂ ਦੀ ਜਿਹੜੀ ਪਿਛਲੇ ਹਫਤੇ ਚੋਰੀ ਹੋ ਗਈ ਸੀ ਤੇ ਉਹਦੇ ਲਈ ਕੁਛ ਨਾ ਕੁਛ ਕੀਤਾ ਜਾਵੇ। ਮਤਲਬ ਜਿੱਥੇ 911 ਦੀ ਲੋੜ ਨਹੀਂ ਆ ਉਸ ਥਾਂ ਦੇ ਉੱਤੇ ਉਹ ਕਹਿ ਰਹੇ ਆ ਕਿ ਤੁਸੀਂ ਨੌਨ ਐਮਰਜੈਂਸੀ ਨੰਬਰ ਦੇ ਉੱਤੇ ਕਾਲ ਕਰ ਲਓ, ਪਰ ਲੋਕ ਕਈ ਵਾਰੀ ਫੇਰ ਵੀ ਜਿਹੜੇ ਸੁਣਦੇ ਨਹੀਂ ਆ। ਤੇ ਇਹਦਾ ਨੁਕਸਾਨ ਫਿਰ ਉਹਨਾਂ ਲੋਕਾਂ ਨੂੰ ਚੱਕਣਾ ਪੈਂਦਾ ਜਿਹਨਾਂ ਨੂੰ ਅਸਲ ਦੇ ਵਿੱਚ ਐਮਰਜੈਂਸੀ ਦੀ ਲੋੜ ਆ। ਤੇ ਉਹ ਇੱਕ ਸਲੂਨ ਦੇ ਉੱਤੋਂ ਫੋਨ ਕੀਤਾ ਗਿਆ ਵੀ ਮੈਂ ਵਾਲ ਕਟਾਉਣ ਬੈਠਾ ਸੀ ਤੇ ਵਾਲ ਇਹਨਾਂ ਨੇ ਮੇਰੇ ਗਲਤ ਕੱਟ ਦਿੱਤੇ ਆ ਤੇ ਹੁਣ ਤੁਸੀਂ ਆ ਕੇ ਇਹਨਾਂ ਨੂੰ ਨਿਬੇੜੋ ਤੇ ਮੇਰੇ ਪੈਸੇ ਵਾਪਸ ਦਵਾਓ, ਮੇਰਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਆ। ਤੇ ਮਤਲਬ ਇੱਦਾਂ ਦੀਆਂ ਗੱਲਾਂ ਜਿੱਥੇ ਮਤਲਬ ਇਹ ਵਾਲਮਾਰਟ ਦੇ ਉੱਤੇ ਪ੍ਰਾਈਸ ਟੈਗ ਨੂੰ ਰੌਲਾ ਪੈ ਗਿਆ, ਉੱਥੇ ਲੋਕ 911 ਕਾਲ ਕਰਦੇ ਰਹੇ। ਤੇ ਜਿਹੜੇ ਇਹ ਜਿਹੜੀਆਂ ਗੱਲਾਂ ਬਾਤਾਂ ਨੇ ਕਿਸੇ ਪੀਜ਼ਾ ਸਟੋਰ ਦੇ ਸੰਬੰਧ ਵਿੱਚ ਕਾਲ ਕਰ ਦਿੱਤੀ। ਇਹ ਸੁਨੇਹਾ ਵੀ ਦਿੱਤਾ ਗਿਆ ਕਿ ਜਿੱਥੇ ਲੋੜ ਆ ਉਹਨੂੰ ਹੀ ਕੀਤਾ ਜਾਵੇ, ਜਿੱਥੇ ਲੈਜੀਟੀਮੇਟ ਐਮਰਜੈਂਸੀ ਆ ਉੱਥੇ ਤੁਸੀਂ ਕਾਲ ਕਰੋ, ਤਾਂ ਕਿ ਦੂਜੇ ਲੋਕ ਜਿਹੜੇ ਨੇ ਉਹਨਾਂ ਨੂੰ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇੱਕ ਕੁਛ ਮਿੰਟਾਂ ਸੈਕਿੰਡਾਂ ਦੇ ਫਰਕ ਦੇ ਨਾਲ ਹੀ ਕਿਸੇ ਦੀ ਜਾਨ ਬਚ ਸਕਦੀ ਹੈ ਤੇ ਕਿਸੇ ਦੀ ਜਾਨ ਜਾ ਸਕਦੀ ਹੈ। ਜਿੱਥੇ ਐਮਰਜੈਂਸੀ ਨਹੀਂ ਹੈ ਉਸ ਥਾਂ ਦੇ ਉੱਤੇ ਜਿਹੜੇ ਨੌਨ ਐਮਰਜੈਂਸੀ ਨੰਬਰ ਨੇ ਉਹਨਾਂ ਨੂੰ ਕਾਲ ਕੀਤੀ ਜਾਵੇ। ਅਗਲਾ ਮਾਮਲਾ ਦੋਸਤੋ ਇੰਟਰਸਟ ਰੇਟ ਬਾਰੇ ਆ। ਲਗਭਗ ਹਰ ਵਿਅਕਤੀ ਇਸ ਵੇਲੇ ਇਹ ਗੱਲਬਾਤ ਸੋਚ ਰਿਹਾ ਕਿ ਅਗਲੇ ਸਾਲ ਇੰਟਰਸਟ ਰੇਟ ਦਾ ਕੀ ਬਣਨਾ। ਐਤਕੀ ਇੰਟਰਸਟ ਰੇਟ ਨੇ ਲੋਕਾਂ ਨੂੰ ਬਹੁਤ ਤੰਗ ਕੀਤਾ। ਜਿਹੜੀਆਂ ਮੌਰਗੇਜਸ ਦੇ ਉੱਤੇ ਜਿਨ੍ਹਾਂ ਨੇ ਨਵੀਂ ਮੌਰਗੇਜ ਲੈਣੀ ਹੈ, ਕ੍ਰੈਡਿਟ ਕਾਰਡ ਜਾਂ ਜਿਹੜੀ ਲਾਈਨ ਆਫ ਕ੍ਰੈਡਿਟ ਆ, ਦੂਜੀਆਂ ਚੀਜ਼ਾਂ ਦੇ ਉੱਤੇ, ਓਪਨ ਮੌਰਗੇਜਸ ਦੇ ਉੱਤੇ ਬਹੁਤ ਸਾਰਾ ਅਸਰ ਇੰਟਰਸਟ ਰੇਟ ਦਾ ਪਿਆ ਤੇ ਲਗਾਤਾਰ ਇੰਟਰਸਟ ਰੇਟ ਜਿਹੜੇ ਆ ਵੱਧਦੇ ਰਹੇ ਆਪਾਂ ਅਜੇ ਤੱਕ ਦੇਖਦੇ ਆਏ ਹਾਂ। ਹੁਣ ਲੋਕਾਂ ਲਈ ਚਿੰਤਾ ਇਹ ਆ ਕਿ ਅਗਲੇ ਸਾਲ ਕੀ ਬਣੂਗਾ। ਜਿਹੜੇ ਆਰਥਿਕ ਮਾਹਰ ਨੇ ਉਹ ਚੰਗੀ ਗੱਲ ਤੇ ਇਹ ਦੱਸ ਰਹੇ ਆ, ਦੋ ਖਬਰਾਂ ਦੱਸ ਰਹੇ ਹੋ ਜਾਂ ਇਸ ਖਬਰ ਦੇ ਦੋ ਪੱਖ ਦੱਸ ਰਹੇ। ਇੱਕ ਚੰਗਾ ਦੱਸ ਰਹੇ, ਚੰਗਾ ਇਹ ਰਿਹਾ ਵੀ ਹੋਰ ਜ਼ਿਆਦਾ ਨਹੀਂ ਵਧਣੇ, ਥੋੜ੍ਹੇ ਬਹੁਤੇ ਵਧਣਗੇ, ਤੇ ਮਾੜਾ ਇਹ ਦੱਸ ਰਹੇ ਵੀ ਇਹ ਘਟਣੇ ਨਹੀਂ। ਇੱਥੇ ਤੱਕ ਵੀ ਰਹਿਣੇ ਤਾਂ ਬਹੁਤ ਔਖਾ ਹੈ। ਤੁਹਾਨੂੰ ਪਤਾ ਜਿਹੜੀ ਬੈਂਕ ਆਫ ਕੈਨੇਡਾ ਸਾਲ 'ਚ 8 ਵਾਰੀ ਮੀਟਿੰਗ ਕਰਦੀ ਆ। ਹੁਣ 25 ਜਨਵਰੀ ਨੂੰ ਮੀਟਿੰਗ ਹੋਣੀ ਆ, ਬੁੱਧਵਾਰ ਨੂੰ। ਉਦੋਂ ਨੂੰ ਲੋਕਾਂ ਦੀ ਅੱਖ ਟੇਕੀ ਆ ਵੀ ਜਨਵਰੀ 25 ਨੂੰ ਕੀ ਕਰਦੇ ਆ। ਫਿਰ ਮਾਰਚ 8 ਨੂੰ ਹੋਣੀ ਆ, ਫਿਰ 12 ਅਪ੍ਰੈਲ ਨੂੰ, 7 ਜੂਨ ਨੂੰ, 12 ਜੁਲਾਈ ਨੂੰ, 6 ਸਤੰਬਰ ਨੂੰ, 25 ਅਕਤੂਬਰ, 6 ਦਸੰਬਰ, ਮਤਲਬ ਬੁੱਧਵਾਰ ਹੁੰਦੇ ਸਾਰੇ ਜਿੱਦਣ ਇਹਨਾਂ ਦੀ ਮੀਟਿੰਗ ਹੁੰਦੀ ਹੈ। ਤੇ 25 ਜਨਵਰੀ ਨੂੰ ਅਗਲੀ ਮੀਟਿੰਗ ਹੋਣੀ ਹੈ। ਹੁਣ ਉਹਦੇ ਵਿੱਚ ਕੀ ਕਰਦੇ ਆ ਇਹ, ਕੀ ਫੈਸਲਾ ਲੈਂਦੇ ਆ। ਮਾਹਰ ਕਹਿੰਦੇ ਵੀ ਫੈਸਲਾ ਜਿਹੜਾ ਮਰਜ਼ੀ ਲੈਣਾ ਹੋ ਸਕਦਾ, ਥੋੜ੍ਹੇ ਬਹੁਤੇ ਵਧਾ ਦੇਣ ਤੇ ਹੋ ਸਕਦਾ ਨਾ ਵਧਾਉਣ, ਪਰ ਇਹ ਰਹਿਣੇ ਇੱਥੇ ਕੀ ਆ ਜਿੱਥੇ ਹੈਗੇ ਆ। ਅਗਲਾ ਸਾਲ 2023 ਤੱਕ ਨਹੀਂ ਘਟਦੇ, ਇੰਨਾ ਜ਼ਿਆਦਾ ਕੁਛ ਵੀ ਨਹੀਂ ਉੱਤੇ ਥੱਲੇ ਹੋਣਾ ਇਹਦੇ ਵਿੱਚ, ਨਾ ਬਹੁਤ ਜ਼ਿਆਦਾ ਵਧਣਗੇ। ਮਤਲਬ ਅੰਦਾਜ਼ਾ ਆ ਉਹਨਾਂ ਦਾ। ਬਾਕੀ ਕਿੱਧਰਲੇ ਪਾਸੇ ਨੂੰ ਇਕੋਨਮੀ ਜਾਂਦੀ ਆ, ਦੇਸ਼ ਦੀ ਅੱਗੇ ਕੀ ਬਣਦਾ ਉਹਦੇ ਉੱਤੇ ਹੁੰਦਾ ਆ। ਪਰ ਪਿਛਲੇ ਸਾਲ ਦੇ ਵਿੱਚ ਹੀ ਬੈਂਕ ਆਫ ਕੈਨੇਡਾ ਨੇ ਜਿਹੜਾ ਕੀ ਓਵਰਨਾਈਟ ਲੈਂਡਿੰਗ ਰੇਟ ਆ 7 ਵਾਰੀ ਵਧਾਇਆ ਆ। ਉਹਦਾ ਵਧਾਉਣ ਦਾ ਕਾਰਨ ਇਹੀ ਸੀਗਾ ਕਿ ਜਿਹੜੀ ਮਹਿੰਗਾਈ ਹੈ ਇਹਨੂੰ ਘਟਾਇਆ ਜਾਵੇ, ਕਿ ਲੋਕਾਂ ਨੂੰ ਕਰਜ਼ਾ ਲੈਣਾ ਇੰਨਾ ਔਖਾ ਕਰ ਦਿਓ ਵੀ ਲੋਕ ਪੈਸਾ ਹੀ ਨਾ ਖਰਚ ਸਕਣ। ਪੈਸਾ ਹੀ ਨਹੀਂ ਖਰਚ ਸਕਣਗੇ ਤੇ ਚੀਜ਼ਾਂ ਹੀ ਨਹੀਂ ਖਰੀਦ ਸਕਣਗੇ, ਚੀਜ਼ਾਂ ਨਹੀਂ ਖਰੀਦ ਸਕਣਗੇ ਤੇ ਚੀਜ਼ਾਂ ਪਈਆਂ ਰਹਿਣਗੀਆਂ, ਤੇ ਪਈਆਂ ਚੀਜ਼ਾਂ ਫਿਰ ਸਸਤੀਆਂ ਕਰਕੇ ਵੇਚਣਗੇ ਤੇ ਮਹਿੰਗਾਈ ਘਟ ਜੂਗੀ। ਹੁਣ ਇਹਦੇ ਬਾਰੇ ਵੀ ਬਹੁਤ ਡਿਬੇਟ ਹੋਇਆ ਸੀ ਵੀ ਇਹ ਠੀਕ ਆ ਜਾਂ ਨਹੀਂ ਹੈਗਾ। ਹੁਣ ਇਹ ਇਸ ਗੱਲ ਦੇ ਉੱਤੇ ਵੀ ਨਿਰਭਰ ਕਰਦਾ ਹੈ ਕਿ ਅਗਲੇ ਸਾਲ ਮਹਿੰਗਾਈ ਕਿਸ ਤਰ੍ਹਾਂ ਦੀ ਰਹਿੰਦੀ ਆ, ਤੇ ਫਿਰ 2023 ਦਾ ਫੈਸਲਾ ਕੀਤਾ ਜਾਊਗਾ ਇੰਟਰਸਟ ਰੇਟ ਦਾ, ਜਾਂ ਕਿਹਾ ਜਾ ਸਕਦਾ ਕਿ ਕਿੰਨਾ ਕਿ ਉਹਨਾਂ ਨੂੰ ਮੌਰਗੇਜ ਦੇ ਉੱਤੇ, ਲਾਈਨ ਆਫ ਕ੍ਰੈਡਿਟ ਦੇ ਉੱਤੇ ਜਾਂ ਹੋਰ ਸਾਰੀਆਂ ਚੀਜ਼ਾਂ ਦੇ ਉੱਤੇ ਜ਼ਿਆਦਾ ਪੇ ਕਰਨਾ ਪੈਣਾ। ਸਾਈਨਸ ਹੈਗੇ ਆ ਪਹਿਲਾਂ ਹੀ, ਆਪਾਂ ਨੂੰ ਪਤਾ ਕਿ ਜਿਹੜੀ ਇਕੋਨਮੀ ਆ ਸਲੋ ਹੋ ਚੁੱਕੀ ਆ ਤੇ ਜਿਹੜੀ ਮਤਲਬ ਕਾਫੀ ਥੱਲੇ ਆ ਗਈ ਆ ਪਹਿਲਾਂ ਨਾਲੋਂ, ਪਰ ਫਿਰ ਵੀ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਜਾਂ ਦੂਜੀਆਂ ਚੀਜ਼ਾਂ ਉਹਨਾਂ ਦੇ ਵਿੱਚ ਮਹਿੰਗਾਈ ਓਨੀ ਆ। ਘਰਾਂ ਦੀਆਂ ਕੀਮਤਾਂ ਥੱਲੇ ਆ ਗਈਆਂ, ਸੇਲ ਘਟ ਗਈ ਹੈ, ਪਰ ਇੰਨੀਆਂ ਥੱਲੇ ਨਹੀਂ ਆਈਆਂ ਕਿ ਨਵਾਂ ਬੰਦਾ ਲੈ ਸਕੇ ਜਾਂ ਇੰਨਾ ਜ਼ਿਆਦਾ ਇਹਦੇ ਕੀਮਤਾਂ ਦੇ ਵਿੱਚ ਫਰਕ ਪੈ ਜਾਵੇ। ਉਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਅਗਲੇ ਸਾਲ ਦੇ ਵਿੱਚ ਫੈਸਲਾ ਕੀਤਾ ਜਾਣਾ ਆ। ਪਰ ਦੱਸਿਆ ਜਾ ਰਿਹਾ ਕਿ 4.25% ਜਿਹੜਾ ਆ ਇਹਦੇ ਨੇੜੇ ਤੇੜੇ ਹੀ ਰਹੂਗਾ ਅਗਲੇ ਸਾਲ ਇੰਟਰਸਟ ਰੇਟ। ਹੋ ਸਕਦਾ ਇੱਕ ਅੱਧੀ ਵਾਰੀ ਵੱਧ ਜਾਵੇ, ਪਰ ਬਹੁਤਾ ਜ਼ਿਆਦਾ ਨਾ ਘਟੂਗਾ ਤੇ ਨਾ ਵਧੂਗਾ। ਹੋ ਸਕਦਾ ਕਹਿੰਦੇ 0.25% ਜਿਹੜਾ ਆ ਇਸ ਵੇਲੇ ਇਹ ਥੋੜ੍ਹਾ ਜਿਹਾ ਵਧਾ ਦੇਣ ਜਾਂ ਫਿਰ ਉਹਨੂੰ ਅੱਗੇ ਜਾ ਕੇ ਥੱਲੇ ਕਰ ਦੇਣ। ਪਰ
ਬਹੁਤ ਵੱਡਾ ਕੋਈ ਫਰਕ ਪੈ ਜਾਊਗਾ ਜਿੰਨਾ ਚਿਰ ਮਾਰਕੀਟ ਦੇ ਵਿੱਚ ਕੋਈ ਵੱਡੀ ਗੱਲਬਾਤ ਨਹੀਂ ਹੁੰਦੀ ਉਹਨਾਂ ਚਿਰ ਨਹੀਂ ਹੈ। ਸੋ ਅਸਲ ਦੇ ਵਿੱਚ ਇਨਫਲੇਸ਼ਨ ਨੂੰ ਵਾਪਸ ਉੱਥੇ ਲਿਆਉਣਾ ਚਾਹੁੰਦੇ ਆ। ਨਵੰਬਰ ਦੇ ਵਿੱਚ ਜਿਹੜੇ ਤੁਹਾਨੂੰ ਪਤਾ ਕਿ ਅੰਕੜੇ ਆਏ ਸੀ ਉਹਨਾਂ ਦੇ ਵਿੱਚ ਦੱਸਿਆ ਸੀ ਕਿ 6.8% ਇਸ ਵੇਲੇ ਇਨਫਲੇਸ਼ਨ ਆ। ਜਿਹੜੀਆਂ ਫੂਡਸ ਵਗੈਰਾ ਆ ਉਹਨਾਂ ਖਾਣ ਵਾਲੀਆਂ ਚੀਜ਼ਾਂ ਦੇ ਵਿੱਚ ਜ਼ਿਆਦਾ ਆ। ਅਤੇ ਹੁਣ ਜੇ ਇਹਨੂੰ ਉਹਨਾਂ ਜ਼ਿਆਦਾ ਘਟ ਜਾਂਦੀ ਆ, ਔਰ ਇਹਦੇ ਬਾਰੇ ਕਾਫੀ ਰੌਲਾ ਰੱਪਾ ਪਿਆ ਸੀ। ਬਾਕੀ ਇਸ ਗੱਲ ਦਾ ਵੀ ਅਸਰ ਪੈਂਦਾ ਹੈ ਕਿਤੇ ਪਾਸੇ ਕਿ ਵਿਰੋਧੀ ਪਾਰਟੀਆਂ ਕੀ ਕਹਿ ਰਹੀਆਂ, ਜਾਂ ਜਿਹੜੀ ਬੈਂਕ ਆਫ ਕੈਨੇਡਾ ਆ ਕੀ ਉਹ ਸਰਕਾਰ ਦੇ ਅੰਡਰ ਆਉਂਦੀ ਹੈ ਜਾਂ ਆਟੋਨੋਮਸ ਬੋਡੀ ਆ। ਕਿਉਂਕਿ ਸਾਡੇ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਪੀਅਰ ਪੋਲੀਏਵਰ, ਉਹਨਾਂ ਨੇ ਕਿਹਾ ਸੀ ਵੀ ਜੇ ਮੈਂ ਆ ਕੇ ਪ੍ਰਧਾਨ ਮੰਤਰੀ ਬਣ ਗਿਆ ਤਾਂ ਸਭ ਤੋਂ ਪਹਿਲਾ ਕੰਮ ਜਿਹੜੇ ਬੈਂਕ ਆਫ ਕੈਨੇਡਾ ਦੇ ਗਵਰਨਰ ਨੇ ਟਿਪ ਮੁਕੱਲਮ ਇਹਨਾਂ ਨੂੰ ਫਾਇਰ ਕਰੂੰਗਾ, ਮੈਂ ਕੱਢ ਦੇਣਾ। ਵੀ ਜਿੰਨੀ ਜ਼ਿਆਦਾ ਇਹਨਾਂ ਨੇ ਬੁਰੀ ਹਾਲਤ ਲੋਕਾਂ ਦੀ ਕਰ ਦਿੱਤੀ ਆ, ਵੀ ਜਿਹੜਾ ਰਿਸੈਸ਼ਨ ਲਿਆ ਕੇ ਮਹਿੰਗਾਈ ਕੰਟਰੋਲ ਕਰਨਾ ਕੋਈ ਬਹੁਤੀ ਸਿਆਣਪ ਨਹੀਂ ਆ। ਹੁਣ ਇਹਦੇ 'ਚ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਆਰਥਿਕ ਮਾਹਰ ਜਾਣਦੇ ਆ, ਪਰ ਸਾਰੇ ਚੀਜ਼ਾਂ ਦਾ ਹਿਸਾਬ ਕਿਤਾਬ ਲਾ ਕੇ ਜਿਹੜਾ ਉਹਨਾਂ ਨੇ ਮੋਟੀ ਜੀ ਗੱਲ ਇੱਥੇ ਨਿਬੇੜੀ ਆ ਕਿ ਖੁਸ਼ਖਬਰੀ ਇਹ ਆ ਵੀ ਅਗਲੇ ਸਾਲ ਵਿਆਜ ਬਹੁਤ ਜ਼ਿਆਦਾ ਵਧਣੇ ਨਹੀਂ, ਅਤੇ ਮਾੜੀ ਗੱਲ ਇਹ ਆ ਵੀ ਇਹ ਵਿਆਜ ਇਦੋਂ ਘਟਣੇ ਵੀ ਨਹੀਂ, ਇਹਦੇ ਨੇੜੇ ਤੇੜੇ ਰਹਿਣਗੇ। ਅਸੀਂ ਜਿਹੜਾ ਪਹਿਲਾਂ ਗੱਲਬਾਤ ਕਰਕੇ ਹਟੇ ਐਮਰਜੈਂਸੀਜ਼ ਬਾਰੇ ਕਿ ਜਦੋਂ ਕੋਈ ਐਮਰਜੈਂਸੀ ਹੁੰਦੀ ਆ ਤਾਂ ਉਸ ਵੇਲੇ ਇਹ ਜਿਹੜੀਆਂ 911 ਆ ਉਹਦੇ ਉੱਤੇ ਲੋਕ ਕਾਲ ਕਰਦੇ ਆ ਅਤੇ ਉੱਥੇ ਚਲੇ ਜਾਂਦੇ ਆ। ਦੂਜਾ, ਬਹੁਤੇ ਲੋਕ ਫਿਰ ਹੌਸਪੀਟਲ ਦੇ ਵਿੱਚ ਐਮਰਜੈਂਸੀ ਵੇਲੇ ਵੀ ਜਾਂਦੇ ਆ ਕਿ 911 ਕਾਲ ਨਹੀਂ ਕੀਤੀ, ਆਪ ਡਰਾਈਵ ਕਰਕੇ ਗੱਡੀ ਦੇ ਵਿੱਚ ਐਮਰਜੈਂਸੀ ਦੇ ਵਿੱਚ ਪਹੁੰਚ ਗਏ। ਪਿਛਲੇ ਸਾਲ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਤੇ ਇਹ ਹੌਸਪੀਟਲ ਦੀਆਂ ਐਮਰਜੈਂਸੀ ਬੰਦ ਰਹੀਆਂ। ਮਤਲਬ ਖਾਸ ਕਰ ਜਿਹੜਾ BC ਇੰਟੀਰੀਅਰ ਸੀਗਾ ਕਿ ਉੱਥੇ ਹਸਪਤਾਲ ਦਾ ਐਮਰਜੈਂਸੀ ਡਿਪਾਰਟਮੈਂਟ ਹੀ ਬੰਦ ਕਰ ਦਿੰਦੇ ਸੀ, ਖਾਸ ਕਰ ਵੀਕਐਂਡ ਦੇ ਉੱਤੇ ਅਤੇ ਰਾਤ ਨੂੰ। ਅਤੇ ਜਦੋਂ ਦਿਨ ਗਿਣਦੇ ਆ ਨਾ ਵੀ ਕਿੰਨੇ ਦਿਨ ਹੋ ਜਾਂਦੇ ਆ, ਅਤੇ ਕਈ ਮਹੀਨੇ ਬਣ ਜਾਂਦੇ ਵੀ ਉਹ ਡਿਪਾਰਟਮੈਂਟ ਖੁੱਲ੍ਹਿਆ ਹੀ ਨਹੀਂ। ਕਿਉਂਕਿ ਸਟਾਫ ਹੈ ਨਹੀਂ, ਡਾਕਟਰ ਹੈ ਨਹੀਂ। ਇਹ ਹੁਣ ਇੱਕ ਬਹੁਤ ਵੱਡੀ ਚਿੰਤਾ ਆ। 13 ਹਸਪਤਾਲਾਂ ਦੇ ਵਿੱਚ ਜਿਹੜੇ ਕਿ ਬ੍ਰਿਟਿਸ਼ ਕੋਲੰਬੀਆ ਦੇ ਪੇਂਡੂ ਇਲਾਕਿਆਂ ਦੇ ਵਿੱਚ ਰੂਰਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆ, ਉਹ ਬੰਦ ਰਹੇ ਆ 2022 ਦੇ ਵਿੱਚ। ਜੇ ਉਹਨੂੰ ਗਿਣ ਕੇ ਮਤਲਬ ਵੀਕਐਂਡ ਦੇ ਉੱਤੇ ਅਨਾਊਂਸ ਕਰ ਦਿੰਦੇ ਹੁੰਦੇ ਇਹ ਕਿ ਜੀ ਆਹ ਵੀਕਐਂਡ ਜਿਹੜਾ ਮੰਨ ਲਓ ਵੀ ਮੇਰਠ ਦੇ ਵਿੱਚ ਜਿਹੜਾ ਹੈਗਾ ਜਾਂ ਕਲੋਨਾ ਦੇ ਵਿੱਚ ਜਿਹੜਾ ਐਮਰਜੈਂਸੀ ਡਿਪਾਰਟਮੈਂਟ ਆ ਹੌਸਪੀਟਲ ਦਾ, ਉਹ ਕੈਮਲੂਪਸ ਦੇ ਵਿੱਚ ਆ, ਇਹ ਬੰਦ ਰਹੂਗਾ। ਅਤੇ ਜੇ ਇਹ ਬੰਦ ਰਹੂਗਾ ਅਤੇ ਤੁਸੀਂ ਜੇ ਤੁਹਾਨੂੰ ਐਮਰਜੈਂਸੀ ਚਾਹੀਦੀ ਤੁਸੀਂ ਦੂਰ ਜਾਓ, ਜਿਹੜਾ ਕਿ ਉੱਥੋਂ ਕਾਫੀ ਦੂਰ ਹੌਸਪੀਟਲ ਹੈਗਾ ਆ। 2 ਦਿਨ ਬੰਦ ਹੋ ਗਿਆ, ਫਿਰ 3 ਦਿਨ ਬੰਦ ਹੋ ਗਿਆ। ਜਦੋਂ ਸਾਰੇ ਇਹਨਾਂ ਪੇਂਡੂ ਇਲਾਕਿਆਂ ਦਾ ਹਿਸਾਬ ਕਿਤਾਬ ਲਾ ਕੇ ਉਹਨਾਂ ਨੇ ਪਿਛਲੇ ਸਾਲ ਦਾ ਦੇਖਿਆ, ਅਤੇ ਉਹ ਕਹਿੰਦੇ ਵੀ ਇਹ 4 ਮਹੀਨੇ ਬਣ ਜਾਂਦੇ, ਵੀ 4 ਮਹੀਨੇ ਐਮਰਜੈਂਸੀ ਡਿਪਾਰਟਮੈਂਟ ਖੁੱਲ੍ਹੇ ਹੀ ਨਹੀਂ। ਕਿਉਂਕਿ ਉੱਥੇ ਜਿਹੜੇ ਸ਼ਾਰਟ ਟਰਮ ਕਲੋਜ਼ਰ ਸੀਗੇ ਵੀ 1 ਦਿਨ ਜਾਂ 2 ਦਿਨ ਦਾ ਕੰਮ ਜਿਹੜਾ ਬੰਦ ਸੀ। ਹਰ ਵੀਕਐਂਡ ਦੇ ਉੱਤੇ ਨੋਟਿਸ ਆਉਂਦਾ ਸੀ ਕਿ ਫਲਾਣੇ ਥਾਂ 'ਤੇ ਐਮਰਜੈਂਸੀ ਬੰਦ ਰਹੀ ਹੈ, ਫਲਾਣੇ ਥਾਂ ਦੇ ਉੱਤੇ ਬੰਦ ਆ, ਤੁਸੀਂ ਇੱਥੇ ਜਾਓ। ਸੋ ਉਹ ਇੱਕ ਬਹੁਤ ਵੱਡਾ ਫਰਕ ਪਿਆ ਕਿ ਘੱਟੋ ਘੱਟ ਇੰਨਾ ਜ਼ਿਆਦਾ 4 ਮਹੀਨੇ ਦੇ ਲਗਭਗ ਟੋਟਲ ਸਾਰੇ ਸਾਲ ਦੇ ਬਣ ਜਾਂਦੇ ਆ। 13 ਐਮਰਜੈਂਸੀ ਜਿਹੜੇ ਡਿਪਾਰਟਮੈਂਟਸ ਨੇ ਜਿਹੜੇ ਉਹਨਾਂ ਕਮਿਊਨਿਟੀ ਨੂੰ ਸਰਵ ਕਰਦੇ ਆ ਜਿਨ੍ਹਾਂ ਦੀ ਜਨਸੰਖਿਆ 10,000 ਤੋਂ ਘੱਟ ਆ, 10,000 ਤੋਂ ਘੱਟ ਲੋਕ ਰਹਿੰਦੇ ਆ। ਉੱਥੇ 2900 ਘੰਟੇ ਦੇ ਲਈ ਐਮਰਜੈਂਸੀ ਜਿਹੜਾ ਡਿਪਾਰਟਮੈਂਟ ਆ ਇਹ ਬੰਦ ਰਹੇ ਆ। 120 ਘੰਟੇ ਐਕਸੈਸ ਲੋਕਲ ER ਦੇ ਲਈ ਲੋਕਾਂ ਦੇ ਕੋਲ ਨਹੀਂ ਰਹੀ। ਇਹਦੇ ਵਿੱਚ ਜਿਹੜਾ ਲੌਂਗ ਟਰਮ ਕਲੋਜ਼ਰ ਨਹੀਂ ਆ। ਰੂਰਲ ਮੇਅਰਸ ਇਸ ਵੇਲੇ ਇਹ ਕਹਿ ਰਹੇ ਆ ਕਿ ਹਾਲ 2023 ਦੇ ਵਿੱਚ ਵੀ ਸਾਡੇ ਲਈ ਸੁਧਰਨ ਵਾਲਾ ਨਹੀਂ ਲੱਗਦਾ। 2023 ਦੇ ਵਿੱਚ ਕੋਈ ਹਾਲਾਤ ਬਦਲ ਜਾਣਗੇ, ਉਹ ਕਹਿੰਦੇ ਸਾਨੂੰ ਨਹੀਂ ਲੱਗਦਾ ਇਸੇ ਤਰ੍ਹਾਂ ਹੀ ਰਹਿਣਾ ਹੈ ਕਿ ਪ੍ਰੋਵਿੰਸ ਨੂੰ ਸਿਗਨੀਫਿਕੈਂਟਲੀ ਹੈਲਥ ਕੇਅਰ ਸਿਸਟਮ ਦੇ ਵਿੱਚ ਇਨਵੈਸਟ ਕਰਨਾ ਚਾਹੀਦਾ, ਪ੍ਰਾਇਓਰਟਾਈਜ਼ ਰੂਰਲ ਰੈਜ਼ੀਡੈਂਟਸ ਨੂੰ ਕਰਨਾ ਚਾਹੀਦਾ। ਵੈਨਕੂਵਰ ਦੇ ਵਿੱਚ ਕੋਈ ਸਮੱਸਿਆ ਆ ਜੇ, ਇੱਥੇ ਉਸ ਕਿਸਮ ਦੀ ਗੱਲਬਾਤ ਨਹੀਂ ਹੁੰਦੀ। ਪਰ ਜਿਹੜਾ ਇੰਟੀਰੀਅਰ ਕਲੀਅਰ ਵਾਟਰ ਦੇ ਵਿੱਚ ਇੱਥੇ BC ਦੇ ਵਿੱਚ ਬੈਠਾ ਰੂਰਲ ਏਰੀਆ ਦੇ ਵਿੱਚ, ਉੱਥੇ ਸਮੱਸਿਆ ਵੱਡੀ ਹੈ ਨਾ। ਅਤੇ ਉੱਥੇ ਸਭ ਤੋਂ ਜ਼ਿਆਦਾ ਕਹਿੰਦੇ ਪਿਛਲੇ ਸਾਲ ਦੇ ਵਿੱਚ ਜਿਹੜਾ ਕਲੀਅਰ ਵਾਟਰ ਆ ਇੱਥੇ ਜਿਹਦਾ ਕਾਫੀ ਜ਼ਿਆਦਾ ਅਸਰ ਪਿਆ। 2300 ਬੰਦਾ ਰਹਿੰਦਾ ਇੱਥੇ, ਅਤੇ ਕੈਮਲੂਪਸ ਤੋਂ 120 ਕਿਲੋਮੀਟਰ ਇੱਕ ਪਾਸੇ ਨੂੰ ਇਹ ਰਹਿੰਦੀ ਹੈ। 62 ਵਾਰੀ ਇਹ ਬੰਦ ਰਿਹਾ ਪਿਛਲੇ ਸਾਲ ਡਿਪਾਰਟਮੈਂਟ। ਪਿਛਲੇ ਜਿਹੜਾ ਜਿਹੜਾ ਲੰਘ ਚੱਲ ਰਿਹਾ ਸਾਲ ਇਹਦੇ ਵਿੱਚ ਹੀ ਹੈ। ਔਰ ਕਲੀਅਰ ਵਾਟਰ ਦੇ ਮੇਅਰ ਨੇ ਉੱਥੇ ਮੈਰਲਿਨ ਬਲੈਕਵੈਲ, ਉਹ ਕਹਿੰਦੇ ਵੀ ਇਹ ਕਮਿਊਨਿਟੀ ਨੂੰ ਹੁਣ ਕਰਨਾ ਕੀ ਪੈਂਦਾ ਕਿ ਜਾਣਾ ਕਿੱਥੇ ਪੈਂਦਾ, ਇਹਦਾ ਕੋਈ ਨਾ ਕੋਈ ਹੱਲ ਸਰਕਾਰ ਨੂੰ ਕਰਨਾ ਚਾਹੀਦਾ। ਔਰ ਜੋ ਕੁਛ ਕਹਿੰਦੇ ਮਤਲਬ 24 ਘੰਟੇ 7 ਦਿਨ ਕੇਅਰ ਤਾਂ ਹੋਣੀ ਚਾਹੀਦੀ ਨਾ ਐਮਰਜੈਂਸੀ ਦੇ ਵਿੱਚ ਕਿਤੇ ਨਾ ਕਿਤੇ। ਉਹਦੇ ਵਿੱਚ ਜਿਹੜੀ ਰਿਡਕਸ਼ਨ ਕੀਤੀ ਜਾਂਦੀ ਆ ਉਹ ਇੱਕ ਵੱਡਾ ਸੰਕਟ ਇਹਨਾਂ ਲੋਕਾਂ ਦੇ ਲਈ ਬਣ ਰਹੀ ਆ। ਅਤੇ ਪ੍ਰੋਬਲਮ ਜਿਹੜੀ ਆ ਉਹਨੂੰ ਪਿੱਛੇ ਤੋਂ ਟਰੈਕ ਕੀਤਾ ਜਾ ਰਿਹਾ ਆ ਕਿ ਹੁਣ ਤੱਕ ਕੀ ਕੀਤਾ ਗਿਆ, ਕਿੰਨੇ ਲੋਕ ਨੇ ਇੱਥੇ, ਕਿੰਨਾ ਸਰਕਾਰ ਇਨਵੈਸਟ ਕਰ ਰਹੀ ਆ,
ਕਿ ਰੂਰਲ ਇਲਾਕਿਆਂ ਨੂੰ ਮਾਨਤਾ ਦਿੰਦੀ ਆ, ਉੱਥੇ ਉਹ ਸਹੂਲਤਾਂ ਹੈਗੀਆਂ। ਕੈਨੇਡਾ ਦੇ ਵਿੱਚ ਵੈਨਕੂਵਰ ਰਹਿੰਦੇ ਬੰਦੇ ਕੋਲ ਸਹੂਲਤਾਂ ਜ਼ਿਆਦਾ ਨੇ ਕੁਦਰਤੀ ਤੌਰ 'ਤੇ, ਜਿਹੜਾ ਇੱਕ ਪੇਂਡੂ ਇਲਾਕੇ ਦੇ ਵਿੱਚ ਰਹਿੰਦਾ। ਉੱਥੇ ਡਿਪਾਰਟਮੈਂਟ ਵੀ ਓਡੇ ਵੱਡੇ ਨਹੀਂ ਆ, ਈਵਨ ਵੱਡੇ ਸ਼ਹਿਰ ਜਿਹੜੇ ਕੈਮਲੂਪਸ ਵਰਗੇ ਆ ਉੱਥੋਂ ਵੀ ਲੋਕਾਂ ਨੂੰ ਫਿਰ ਜਿਹੜਾ ਏਅਰਲਿਫਟ ਕਰਕੇ ਵੈਨਕੂਵਰ ਜਾਂ ਇੱਥੇ ਕਲੋਨਾ ਜਾਂ ਕਿਤੇ ਹੋਰ ਲੈ ਕੇ ਜਾਣਾ ਪੈਂਦਾ ਆ। ਤੇ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਘੱਟੋ ਘੱਟ ਬੇਸਿਕ ਫੈਸਿਲਿਟੀ ਤਾਂ ਚਾਹੀਦੀ ਆ। ਜੇ ਉਹ ਫੈਸਿਲਿਟੀ ਵੀ ਬੰਦ ਰਹੂਗੀ ਤਾਂ ਲੋਕਾਂ ਦੇ ਵਿੱਚ ਕੁਦਰਤੀ ਤੌਰ ਦੇ ਉੱਤੇ ਜ਼ਿਆਦਾ ਜਿਹੜੀ ਸਮੱਸਿਆ ਆ ਉਹ ਆਊਗੀ। ਅਗਲੀ ਗੱਲਬਾਤ ਦੋਸਤੋ ਐਡਮਿੰਟਨ ਤੋਂ ਆ, ਅਲਬਰਟਾ ਤੋਂ। ਅਸਲ ਦੇ ਵਿੱਚ ਸਮੱਸਿਆ ਪੂਰੇ ਅਲਬਰਟਾ ਦੀ ਨਹੀਂ, ਪੂਰੇ ਕੈਨੇਡਾ ਦੀ ਹੈ। ਜਿਹੜੇ ਕੈਟਾਲਿਟਿਕ ਕਨਵਰਟਰ ਨੇ, ਕਾਰਾਂ ਦੇ ਪੁਰਜ਼ੇ ਨੇ, ਉਹ ਚੋਰੀ ਹੋ ਰਹੇ ਪਿਛਲੇ ਸਮੇਂ ਤੋਂ ਲਗਾਤਾਰ। ਅਲਬਰਟਾ ਦੇ ਵਿੱਚ ਇਹ ਸਮੱਸਿਆ ਜ਼ਿਆਦਾ ਆ। ਕਾਰ ਦੇ ਥੱਲੇ ਜਿਹੜਾ ਉਹਦਾ ਐਗਜ਼ੌਸਟ ਹੁੰਦਾ ਆ, ਉਹਦੇ ਵਿੱਚ ਇੱਕ ਐਗਜ਼ੌਸਟ ਸਿਸਟਮ ਦੇ ਵਿੱਚ ਇੱਕ ਪੁਰਜਾ ਲੱਗਿਆ ਆ ਜਿਹਨੂੰ ਕੈਟਾਲਿਟਿਕ ਕਨਵਰਟਰ ਕਹਿੰਦੇ ਆ। ਇਹਨੂੰ ਮਿੰਟ ਕੁ ਲੱਗਦਾ, ਕਹਿੰਦੇ ਮਿੰਟ ਅੱਧਾ ਮਿੰਟ ਉਹਦੇ 4 ਨਟ ਖੋਲ੍ਹ ਕੇ ਕਿਸੇ ਵੇਲੇ ਵੀ ਲਾਹ ਕੇ ਲਿਜਾਇਆ ਜਾ ਸਕਦਾ ਅਤੇ ਉਹ $2000 ਦਾ ਵਿਕ ਜਾਂਦਾ। ਕਾਰ ਨੂੰ ਚਲਾਉਣਾ, ਲੈ ਕੇ ਜਾਣਾ, ਚੋਰੀ ਕਰਨਾ ਤੇ ਉਹ ਵੱਡਾ ਕੰਮ ਆ। ਲੋਕਾਂ ਨੇ ਕੰਮ ਇਹ ਸ਼ੁਰੂ ਕੀਤਾ, ਚੋਰਾਂ ਨੇ ਕੈਨੇਡਾ ਦੇ ਵਿੱਚ। ਉਹਦੇ ਕਾਰ ਦੇ ਥੱਲੇ ਲੰਮੇ ਪੈਂਦੇ, ਉਹਦੇ 4 ਨਟ ਖੋਲ੍ਹਦੇ ਆ ਅਤੇ ਉਹਨੂੰ ਲਿਜਾ ਕੇ ਤੇ ਗਾਂਹ ਕਿਸੇ ਨੂੰ ਵੇਚ ਦਿੰਦੇ ਆ। ਇਹ ਧੰਦਾ ਬਹੁਤ ਚੱਲਿਆ। ਇਹਦੇ ਵਿੱਚ ਜਿਹੜਾ ਉਹ ਇੱਕ ਕੋਈ ਮੈਟਲ ਆ ਦੱਸਦੇ, ਉਹ ਬਹੁਤ ਮਹਿੰਗੀ ਆ, ਕੋਈ ਧਾਤ ਆ ਜਿਹੜੀ ਬਹੁਤ ਮਹਿੰਗੀ ਆ, ਇਸ ਕਰਕੇ ਅੱਗੇ ਜਾ ਕੇ ਮਹਿੰਗਾ ਵਿਕਦਾ। ਹੁਣ ਇਹਦਾ ਹੱਲ ਕੋਈ ਨਹੀਂ ਹੋ ਰਿਹਾ। ਹੁਣ ਇਹ ਨਾ ਤੇ ਉਹ ਕਾਰ ਦੇ ਪੁਰਜੇ ਦੇ ਥੱਲੇ, ਕੈਟਾਲਿਟਿਕ ਕਨਵਰਟਰ ਦੇ ਥੱਲੇ ਕੋਈ ਸੀਰੀਅਲ ਨੰਬਰ ਲੱਗਿਆ ਵੀ ਜਿਹੜਾ ਉਹ ਦੱਸ ਦੇਵੇ ਵੀ ਆਹ ਸੀਰੀਅਲ ਨੰਬਰ ਸੀ ਮੇਰਾ, ਉਹ ਤਾਂ ਚੋਰੀ ਹੋ ਗਿਆ। ਕਿਸੇ ਨੂੰ ਪਤਾ ਹੀ ਨਹੀਂ ਵੀ ਕਾਰਾਂ ਦੇ ਥੱਲੇ ਕੈਟਾਲਿਟਿਕ ਕਨਵਰਟਰ ਹੁੰਦਾ ਕੀ ਆ, ਅਤੇ ਉਹ ਪਤਾ ਹੀ ਉਦੋਂ ਲੱਗਦਾ ਜਦੋਂ ਚੋਰੀ ਹੋ ਜਾਂਦਾ, ਖਾਸ ਕਰ ਜਿਹੜੀਆਂ ਬਾਹਰ ਕਾਰਾਂ ਖੜੀਆਂ ਹੁੰਦੀਆਂ। ਸਰਕਾਰ ਨੇ ਅਲਬਰਟਾ ਦੇ ਵਿੱਚ ਯਤਨ ਕੀਤੇ ਪਿਛਲੇ ਸਮੇਂ ਦੇ ਵਿੱਚ ਵੀ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਿਆ ਜਾਵੇ। ਹੁਣ ਪਰ ਸਿੱਟਾ ਇਹ ਨਿਕਲਿਆ ਵੀ ਜਿੰਨੇ ਸਰਕਾਰ ਯਤਨ ਕਰ ਰਹੀ ਹੈ, ਚੋਰੀਆਂ ਹੋਰ ਵਧੀ ਜਾਂਦੀਆਂ। ਤੁਹਾਨੂੰ ਯਾਦ ਹੋਊਗਾ ਐਡਮਿੰਟਨ ਪੁਲਿਸ ਨੇ ਪਿੱਛੇ ਜਿਹੇ ਗਰਮੀਆਂ ਦੇ ਵਿੱਚ ਅਨਾਊਂਸ ਕੀਤਾ ਸੀ ਕਿ ਅਸੀਂ $50,000 ਉਸ ਬੰਦੇ ਨੂੰ ਦੇਵਾਂਗੇ ਜਿਹੜਾ ਸਾਨੂੰ ਇਹਦਾ ਹੱਲ ਕਰਕੇ ਦੇ ਦੇਵੇ, ਕੋਈ ਵਾਇਬਲ ਸੋਲਿਊਸ਼ਨ ਦੇ ਦੇਵੇ, ਸਾਨੂੰ ਕੋਈ ਸਕੀਮ ਦੱਸ ਦੇਵੇ ਵੀ ਇਹ ਚੋਰੀ ਕਿੱਦਾਂ ਰੋਕੀ ਜਾ ਸਕਦੀ ਹੈ, ਅਤੇ ਅਸੀਂ $50,000 ਉਹਨੂੰ ਇਨਾਮ ਦਾ ਦੇ ਦਾਂਗੇ। ਇਹ ਕੈਟਾਲਿਟਿਕ ਕਨਵਰਟਰ ਕਿਉਂਕਿ ਮਹਿੰਗੀ ਇੱਕ ਧਾਤ ਆ ਜਿਹੜੀ ਇਹਦੇ ਵਿੱਚ ਆ, ਮੈਟਲ ਪੀਸਿਸ ਨੇ, ਉਹਦੀ ਕੀਮਤ ਉੱਤੇ ਜਾ ਰਹੀ ਹੈ। $750 ਦਾ ਤਾਂ ਘੱਟੋ ਘੱਟ ਵਿਕ ਜਾਂਦਾ, ਜਿੱਦਾਂ ਦਾ ਮਰਜ਼ੀ ਹੋਵੇ। $2000 ਤੱਕ ਕਹਿੰਦੇ ਵਿਕ ਜਾਂਦਾ। ਉਹਦੇ ਜਿਹੜਾ ਸਾਈਜ਼ 'ਤੇ ਡਿਪੈਂਡ ਕਰਦਾ ਕਿ ਕੀ ਆ। ਰੋਡੀਅਮ ਇੱਕ ਮੈਡਲ ਦੱਸਦੇ ਆ ਜਿਹੜੀ ਇਹਦੇ ਵਿੱਚ ਆ, ਅਤੇ ਜਿਹਦੇ ਕਰਕੇ ਇਹ ਮਹਿੰਗਾ ਵਿਕਦਾ ਹੈ। ਸਰਕਾਰ ਯਤਨ ਕਰ ਰਹੀ ਵੀ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਰੋਕਿਆ ਜਾਵੇ ਕਿ ਇਹਨੂੰ, ਪਰ ਦੱਸਦੇ ਆ ਕਿ ਕਈ ਮਿਲੀਅਨ ਦੀ ਚੋਰੀ ਜਿਹੜੀ ਆ ਇਹਦੇ ਵਿੱਚੋਂ ਹੋ ਚੁੱਕੀ ਹੈ। ਹੁਣ ਰੌਲਾ ਇਹ ਆ ਵੀ ਜਿਹੜਾ ਬੰਦਾ ਚੋਰੀ ਕਰਨ ਦਾ ਵੇਚਦਾ ਕਿੱਥੇ ਆ? ਉਹ ਵੇਚਦਾ ਹੈਗਾ ਜਿਹੜੀਆਂ ਸਕ੍ਰੈਪ ਮੈਟਲ ਕੰਪਨੀਜ਼ ਨੇ, ਜਿਹੜੀਆਂ ਇਹਨੂੰ ਤੋੜ ਕੇ ਕੁਛ ਕਰਦੀਆਂ, ਉਹਨਾਂ ਨੂੰ ਵੇਚ ਜਾਂਦਾ। ਉਹਨਾਂ ਨੂੰ ਵੇਚਣ ਤੋਂ ਬਾਅਦ ਲੋਕ ਫਿਰ ਉੱਥੋਂ ਖਰੀਦ ਲੈਂਦੇ ਆ ਜਿਹਨਾਂ ਨੂੰ ਚਾਹੀਦਾ ਹੁੰਦਾ। ਅਤੇ ਉਸ ਕਿਉਂਕਿ ਸਾਰਾ ਕੈਸ਼ ਪੈਸਾ ਆ, ਨਾ ਖਰੀਦੇ ਵਾਲੇ ਦਾ ਹਿਸਾਬ ਆ, ਨਾ ਵੇਚੇ ਵਾਲੇ ਦਾ ਹਿਸਾਬ ਆ, ਇਸੇ ਤਰ੍ਹਾਂ ਹੀ ਉਹ ਸਾਰਾ ਕੁਛ ਚੱਲੀ ਜਾਂਦਾ। ਅਤੇ ਜਿੱਦਾਂ ਪਹਿਲਾਂ ਦੱਸਿਆ ਕਿ ਉਹਦੇ ਥੱਲੇ ਕੋਈ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ ਤਾਂ ਹੈ ਨਹੀਂ, ਉਹਨੂੰ ਟਰੈਕ ਹੀ ਨਹੀਂ ਕੀਤਾ ਜਾ ਸਕਦਾ। ਜੇ ਤੁਹਾਡੀ ਕਾਰ ਦਾ ਵੀ ਕੋਈ ਚੋਰੀ ਕਰਕੇ ਲੈ ਜਾਏ, ਤੁਸੀਂ ਤਾਂ ਪਛਾਣ ਹੀ ਨਹੀਂ ਸਕਦੇ ਵੀ ਮੇਰੀ ਕਾਰ ਦਾ ਇਹ ਜਾਂ ਕਿਹਨੇ ਚੋਰੀ ਕੀਤਾ। ਹੁਣ ਬਿੱਲ 25 ਲੈ ਕੇ ਆਉਂਦਾ ਸੀ। ਬਿੱਲ 25 ਕੀ ਸੀ ਅਲਬਰਟਾ ਦੇ ਵਿੱਚ, ਕਿ ਜਿਹੜਾ ਅਲਬਰਟਾ ਇੰਡਸਟਰੀ ਆ ਉਹ ਇਹ ਥੈਫਟ ਐਕਟ ਆ ਜਿਹੜਾ, ਇਹਦੇ ਤਹਿਤ ਇਹਨੂੰ ਕਿਸੇ ਨਾ ਕਿਸ ਤਰ੍ਹਾਂ ਰੋਕੂਗੀ ਬਈ ਜਿਹੜੇ ਤੁਹਾਨੂੰ ਉਹਦੇ ਜਿਹੜੀ ਸਕ੍ਰੈਪ ਇੰਡਸਟਰੀ ਆ ਉਹਦੇ ਜਿਹੜਾ ਵੇਚਣ ਵਾਲਾ ਘੱਟੋ ਘੱਟ ਉਹਦੀ ਆਈਡੀ ਹੋਵੇ ਵੀ ਆਹ ਬੰਦਾ ਵੇਚ ਕੇ ਗਿਆ, ਅਤੇ ਜਾਂ ਜਿਹਨੂੰ ਤੁਸੀਂ ਵੇਚ ਰਹੇ ਉਹਦਾ ਹਿਸਾਬ ਕਿਤਾਬ ਰੱਖਿਆ ਜਾਵੇ। ਪਰ ਕਹਿੰਦੇ ਆ ਕਿ ਇਹ ਗਿਣਤੀ ਲੰਬੇ ਸਮੇਂ ਤੋਂ ਉਸੇ ਤਰੀਕੇ ਦੇ ਨਾਲ ਵਧੀ ਜਾ ਰਹੀ ਆ। ਜਿਹੜੇ ਲੋਕ ਇਹ ਕੈਟਾਲਿਟਿਕ ਕਨਵਰਟਰ ਖਰੀਦਦੇ ਆ, ਫਿਰ ਉਹਨੂੰ ਰੀਸਾਈਕਲ ਕਰਦੇ ਆ, ਜਾਂ ਇੱਕ ਵੱਡਾ ਪਾਰਟ ਬਿਜ਼ਨਸ ਦਾ ਦੱਸਦੇ ਆ ਕਿ ਇਹ ਚੋਰੀਆਂ ਇਸ ਸਾਲ ਵੀ ਰੁਕੀਆਂ ਨਹੀਂ। ਜਿੱਥੇ ਇਹਦੀ ਪਰਸੈਂਟੇਜ ਆ ਪਿਛਲੇ ਸਮੇਂ ਦੇ ਵਿੱਚ ਘਟਣੀ ਚਾਹੀਦੀ ਸੀ, ਸਰਕਾਰ ਦੇ ਇਹਦੇ ਯਤਨਾਂ ਦੇ ਨਾਲ ਉਹ ਘਟਣ ਦੀ ਬਜਾਏ ਵਧੀ ਜਾ ਰਹੀ ਹੈ। ਕੈਲਗਰੀ ਪੁਲਿਸ ਸਰਵਿਸ ਵੀ ਕਹਿ ਰਹੀ ਆ ਕਿ ਜਿਹੜੀਆਂ 2022 ਦੇ ਵਿੱਚ 2754 ਕੈਟਾਲਿਟਿਕ ਕਨਵਰਟਰ ਚੋਰੀਆਂ ਰਿਪੋਰਟ ਕੀਤੀਆਂ ਗਈਆਂ ਅਕਤੂਬਰ ਐਂਡ ਤੱਕ 2754, ਅਤੇ 2021 ਦੇ ਵਿੱਚ ਇਹ 1560 ਸੀਗੀਆਂ। ਸੋ ਸਾਰੇ ਸਾਲ ਦੇ ਵਿੱਚ 1560 ਅਤੇ ਅਕਤੂਬਰ ਤੱਕ ਹੀ 2754 ਕੈਲਗਰੀ ਦੇ ਵਿੱਚ ਚੋਰੀਆਂ ਹੋ ਚੁੱਕੀਆਂ ਸੀ। ਅਤੇ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਕਿੰਨਾ ਕੁ ਘਟਿਆ ਆ। ਅਤੇ ਇਹਦੇ ਨਾਲ ਵੀ ਜਿਹੜਾ ਅਲਬਰਟਾ ਨੇ ਪ੍ਰੋਟੈਕਟਿੰਗ ਅਲਬਰਟਾ ਇੰਡਸਟਰੀ ਫਰੋਮ ਥੈਫਟ ਐਕਟ ਇਨ 2020, ਉਹਦੇ ਨਾਲ ਵੀ ਕੋਈ ਗੱਲਬਾਤ ਨਹੀਂ ਬਣੀ। ਅਤੇ ਜਿਹੜਾ ਸੈਲਰ ਆ ਉਹਦੇ ਵਿੱਚ ਕਿਹਾ ਗਿਆ ਸੀ ਕਿ ਉਹਨੂੰ ਆਈਡੀ, ਗਵਰਨਮੈਂਟ ਇਸ਼ੂ ਆਈਡੀ, ਫੋਟੋ ਆਈਡੀ ਪ੍ਰੋਵਾਈਡ ਕਰਨੀ ਪਊਗੀ। ਜਿਹੜਾ ਡੀਲਰ ਆ ਉਹਨੂੰ ਰਿਕਾਰਡ ਰੱਖਣਾ ਪਊਗਾ ਕਿ ਸੈਲਰ ਦੀ ਆਈਡੀ ਦੀ ਇਨਫੋਰਮੇਸ਼ਨ ਦਾ, ਅਤੇ ਉਹਦੀ ਜਿਹੜੀਆਂ ਟ੍ਰਾਂਜੈਕਸ਼ਨ ਆ ਉਹਦੀਆਂ ਡਿਟੇਲਸ ਕੀ ਨੇ।
ਪਰ ਸਮੱਸਿਆ ਉਹਦੇ ਨਾਲ ਵੀ ਹੱਲ ਨਹੀਂ ਹੋਈ। ਕਾਰਾਂ ਦੇ ਪੁਰਜ਼ੇ ਅਜੇ ਵੀ ਉਸੇ ਤਰੀਕੇ ਦੇ ਨਾਲ ਜਿਹੜੇ ਕੈਟਾਲਿਟਿਕ ਕਨਵਰਟਰ ਨੇ ਚੋਰੀ ਹੋ ਰਹੇ ਨੇ। ਅਲਬਰਟਾ ਦੇ ਵਿੱਚ, ਪੂਰੇ ਕੈਨੇਡਾ ਦੇ ਵਿੱਚ ਜਿਹੜਾ ਐਸੇ ਤਰੀਕੇ ਦੇ ਨਾਲ ਇਹ ਸਿਸਟਮ ਚੱਲ ਰਿਹਾ ਤੇ ਇਹਦਾ ਹੱਲ ਅਜੇ ਤੱਕ ਕੋਈ ਵੀ ਨਹੀਂ ਮਿਲ ਰਿਹਾ ਜਿਹਦੇ ਨਾਲ ਇਹਦੀ ਚੋਰੀ ਨੂੰ ਰੋਕਿਆ ਜਾ ਸਕੇ। ਕੁਛ ਥੋੜ੍ਹਾ ਜਿਹਾ ਸਮਾਂ ਹੀ ਲੱਗਦਾ। ਜਿਹੜੀਆਂ ਵੀਡੀਓ ਸਾਹਮਣੇ ਆਈਆਂ ਸੀ ਉਹਨਾਂ ਵਿੱਚ ਵੀ ਦੇਖਿਆ ਗਿਆ ਕਿ 1 ਮਿੰਟ ਦੇ ਵਿੱਚ ਇਹ ਚੋਰ ਆਉਂਦੇ ਆ ਤੇ ਇਹਨੂੰ ਸਮਾਨ ਨੂੰ ਚੋਰੀ ਕਰਕੇ ਲੈ ਜਾਂਦੇ ਆ। ਡਾਕਟਰਾਂ ਦੀ ਕਮੀ ਬਾਰੇ ਅਸੀਂ ਗੱਲਬਾਤ ਕੀਤੀ। ਅੰਟੈਰੀਓ ਦੇ ਵਿੱਚ ਹੁਣ ਜਿਹੜੀਆਂ ਫਾਰਮੇਸੀਜ਼ ਨੇ, ਫਾਰਮਾਸਿਸਟ ਨੇ, ਉੱਥੇ ਉਹੀ ਤੁਹਾਨੂੰ ਦਵਾਈ ਲਿਖ ਕੇ ਦੇ ਸਕਦੇ ਆ। 13 ਉਹਨਾਂ ਨੇ ਬਿਮਾਰੀਆਂ ਉਹਨਾਂ ਨੂੰ ਦੱਸ ਦਿੱਤੀਆਂ ਕਿ ਆਹ ਜਿਹੜੀਆਂ ਬਿਮਾਰੀਆਂ ਨੇ ਜਾਂ ਲਿਆਮਤਾਂ ਨੇ, ਇਹਨਾਂ ਦੀ ਤੁਸੀਂ 1 ਜਨਵਰੀ ਤੋਂ ਫਾਰਮਾਸਿਸਟ ਤੋਂ ਦਵਾਈ ਲੈ ਲਓ। ਉਹਦੇ ਨਾਲ ਇੱਕ ਤਾਂ ਡਾਕਟਰਾਂ ਕੋਲੇ ਰਸ਼ ਘਟੂਗਾ, ਕਿਉਂਕਿ ਜਿਹੜਾ ਫਾਰਮਾਸਿਸਟ ਨੇ ਇਹਨਾਂ ਦੇ ਵੀ ਪ੍ਰੋਪਰ ਪੜ੍ਹਾਈ ਤੋਂ ਬਾਅਦ ਹੀ, ਦਵਾਈਆਂ ਦਾ ਸਾਰੇ ਹਿਸਾਬ ਕਿਤਾਬ ਤੋਂ ਬਾਅਦ ਹੀ ਇਹ ਇੱਥੇ ਆਉਂਦੇ ਆ ਤੇ ਆਪਣੀ ਜੌਬ ਦੇ ਉੱਤੇ, ਤੇ ਇਹਨਾਂ ਕੋਲੇ ਅਧਿਕਾਰ ਇਹਨਾਂ ਨੂੰ ਦੇ ਦਿੱਤਾ ਗਿਆ ਕਿ ਆਹ ਜਿਹੜੀਆਂ ਮੋਟੀਆਂ-ਮੋਟੀਆਂ ਬਿਮਾਰੀਆਂ ਨੇ ਇਹਦੇ ਨਾਲ ਸੰਬੰਧਿਤ ਤੁਸੀਂ ਦਵਾਈਆਂ ਲਿਖ ਸਕਦੇ ਹੋ। ਇਹਦੇ ਨਾਲ ਘੱਟੋ ਘੱਟ ਲੋਕਾਂ ਨੂੰ ਥੋੜ੍ਹਾ ਜਿਹਾ ਸੌਖਾ ਹੋ ਜਾਊਗਾ ਤੇ ਡਾਕਟਰ ਦੀ ਵਿਜ਼ਿਟ ਤੋਂ ਉਹ ਬਚਣਗੇ। ਜਿਹੜੀ ਅੰਟੈਰੀਓ ਮਿਨਿਸਟਰੀ ਆਫ ਹੈਲਥ ਆ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ ਤੇ ਫਾਰਮੇਸੀ ਵਿਜ਼ਿਟਸ ਦੇ ਲਈ ਜਿਹੜਾ ਉਹਨਾਂ ਨੂੰ ਕੋਈ ਮਤਲਬ ਪੇ ਨਹੀਂ ਕਰਨਾ ਪਊਗਾ ਪੋਕਟ ਦੇ ਵਿੱਚੋਂ, ਤੇ ਫਾਰਮਾਸਿਸਟ ਨੂੰ ਇਹ ਪਾਵਰ ਦੇ ਦਿੱਤੀ ਹੈ ਕਿ ਤੁਸੀਂ ਜਿਹੜੀਆਂ ਛੋਟੀਆਂ-ਮੋਟੀਆਂ ਲਿਆਮਤਾਂ ਕਿਸੇ ਵਿਅਕਤੀ ਨੂੰ ਪੈਂਦੀਆਂ ਉਹਦਾ ਤੁਸੀਂ ਇਲਾਜ ਕਰ ਸਕਦੇ ਆ। ਜੁਲਾਈ ਦੇ ਵਿੱਚ ਅਨਾਉਂਸ ਕੀਤਾ ਗਿਆ ਸੀ ਕਿ ਫਾਰਮੇਸੀਜ਼ ਨੂੰ ਜ਼ਿਆਦਾ ਪ੍ਰਸਕ੍ਰਾਈਬਿੰਗ ਪਾਵਰ ਦੇ ਦਿੱਤੀਆਂ ਜਾਣ, ਜਿਹਦੇ ਨਾਲ ਪ੍ਰਾਇਮਰੀ ਕੇਅਰ ਫਿਜ਼ੀਸ਼ੀਅਨਸ ਦਾ ਲੋਡ ਘਟ ਜਾਵੇ। ਉੱਥੇ ਜਿਹੜਾ ਬੋਝ ਪਿਆ ਉਹਨੂੰ ਦਿੱਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਘਟ ਜਾਵੇ। ਫਾਰਮੇਸੀਜ਼ ਨੇ ਕਿਹਾ ਸੀ ਕਿ ਉਹਨਾਂ ਨੂੰ ਇਹ ਚੰਗੀ ਗੱਲ ਆ ਕਿ ਜਿਹੜੀ ਚੇਂਜ ਆ ਇਹ ਉਹਨਾਂ ਦੇ ਸਾਹਮਣੇ ਆ ਰਹੀ ਹੈ ਤੇ ਇਹਦੇ ਨਾਲ ਕੁਛ ਨਾ ਕੁਛ ਜਿਹੜਾ ਹੱਲ ਜ਼ਰੂਰ ਹੋਊਗਾ। 13 ਕੰਡੀਸ਼ਨ ਉਹਨਾਂ ਨੇ ਦੱਸ ਦਿੱਤੇ। ਅੰਟੈਰੀਓ ਦੇ ਵਿੱਚ ਖਾਸ ਕਰਕੇ ਕੋਈ ਅਲਰਜੀ, ਰਿਨਟੇਸਿਸ ਕਹਿੰਦੇ ਦੱਸਦੇ ਇਹ ਹੋਵੇ ਤਾਂ ਤੁਸੀਂ ਜਾ ਸਕਦੇ ਆ। ਜਿਹੜਾ ਕੈਂਡੀਡਲ ਸਟੋਮੈਟਿਸ ਇੱਕ ਬਿਮਾਰੀ ਉਹਦੇ ਨਾਲ ਜਾ ਸਕਦੇ। ਕੋਈ ਬੈਕਟੀਰੀਅਲ ਅਲਰਜਿਕ ਜਾਂ ਵਾਇਰਲ ਹੋਵੇ ਉਹਦੇ ਲਈ ਤੁਸੀਂ ਉਹਨਾਂ ਦੇ ਕੋਲ ਜਾ ਸਕਦੇ ਆ। ਡਰਮੇਟਾਈਟਿਸ ਹੋਵੇ, ਸਕਿਨ ਦੀਆਂ ਜਿਹੜੀਆਂ ਪ੍ਰੋਬਲਮਸ ਹੁੰਦੀਆਂ, ਐਕਸੀਮਾ, ਐਟੋਪਿਕ ਅਲਰਜਿਕ ਜਾਂ ਕੋਈ ਹੋਰ, ਉਹਦੇ ਲਈ ਇਹਨਾਂ ਦੇ ਕੋਲ ਜਾ ਸਕਦਾ। ਡਿਸਮਨੋਰੀਆ ਦੇ ਲਈ ਜਾਇਆ ਜਾ ਸਕਦਾ। ਗੈਸਟ੍ਰੋਈਸੋਫੇਗਲ ਰਿਫਲਕਸ ਦੇ ਲਈ ਜਾਇਆ ਜਾ ਸਕਦਾ। ਜਿਹੜੀ ਖਾਣ ਵਾਲੀਆਂ ਸਮੱਸਿਆਵਾਂ ਹੁੰਦੀਆਂ, ਜਿਹੜੀਆਂ ਪਾਚਨ ਦੇ ਨਾਲ, ਕੋਲਡ ਸੋਰਸ ਹੋਣ, ਉਹਦੇ ਲਈ ਤੁਸੀਂ ਇਹਨਾਂ ਕੋਲ ਜਾ ਸਕਦੇ ਹੋ। ਕੋਈ ਇਨਸੈਕਟ ਬਾਈਟ ਹੋ ਜਾਵੇ ਉਹਦੇ ਲਈ ਇਹਨਾਂ ਦੇ ਕੋਲ ਜਾ ਸਕਦੇ ਹੋ। ਟਿਕ ਬਾਈਟ ਹੋ ਜਾਵੇ ਜਾਂ ਜਿਹੜਾ ਕੋਈ ਹੋਰ ਇੱਦਾਂ ਦੀ ਜਿਹੜੀ ਮਸਕੋਸਕੈਲੋਟਲ ਸਪਰੇਨਸ ਹੋਣ, ਸਟ੍ਰੇਨਸ ਹੋਣ, ਕੋਈ ਮਸਲ ਜਾਂ ਦਰਦ ਵਾਲੀ ਗੱਲਬਾਤ ਆ, ਉਦੋਂ ਵੀ ਜਾਇਆ ਜਾ ਸਕਦਾ। ਯੂਰੀਨਰੀ ਟਰੈਕ ਇਨਫੈਕਸ਼ਨ ਹੋਵੇ, UTI ਦੇ ਲਈ ਵੀ ਕਹਿੰਦੇ ਇਹਨਾਂ ਦੇ ਕੋਲ ਜਾਇਆ ਜਾ ਸਕਦਾ। ਇਹਦੇ ਨਾਲ ਲੱਗਦਾ ਆ ਕਿ ਕਿਤੇ ਨਾ ਕਿਤੇ ਫਰਕ ਜਿਹੜਾ ਪਊਗਾ। ਬੋਝ ਜਿੰਨਾ ਲੋਕਾਂ ਦੇ ਉੱਤੇ ਜਿਹੜਾ ਪਿਆ ਆ ਇਸ ਵੇਲੇ ਕਿ ਡਾਕਟਰ ਹੈ ਨਹੀਂ ਗੇ, ਜੇ ਫਾਰਮਾਸਿਸਟਾਂ ਨੂੰ ਇਹ ਕੁਛ ਅਧਿਕਾਰ ਦੇ ਦਿੱਤੇ ਗਏ ਆ ਇਹਨਾਂ ਬਿਮਾਰੀਆਂ ਦੇ ਲਈ, ਫਾਰਮਾਸਿਸਟ ਤੁਹਾਨੂੰ ਦਵਾਈ ਦੇ ਸਕਦਾ ਹੈ, ਤਾਂ ਕੁਦਰਤੀ ਤੌਰ 'ਤੇ ਡਾਕਟਰਾਂ ਦੇ ਉੱਤੇ ਪੈਣ ਵਾਲਾ ਬੋਝ ਘਟੂਗਾ। ਲੋਕਾਂ ਨੂੰ ਵੀ ਥੋੜ੍ਹੀ ਸੌਖ ਇਹਦੇ ਨਾਲ ਜ਼ਰੂਰ ਮਿਲੂਗੀ। ਕੋਵਿਡ ਦੋਸਤੋ ਦੁਬਾਰਾ ਆ ਰਿਹਾ। ਆਪਾਂ ਕਾਫੀ ਵਾਰੀ ਗੱਲਾਂ ਬਾਤਾਂ ਕਰਦੇ ਹਾਂ। ਚੀਨ ਦੇ ਵਿੱਚ ਇੱਥੇ ਕਈ ਕੇਸ ਸਾਹਮਣੇ ਆਉਂਦੇ ਆ, ਨਵੀਆਂ ਸਟ੍ਰੇਨਸ ਆ ਰਹੀਆਂ। ਕੱਲ੍ਹ ਆਪਾਂ ਗੱਲਬਾਤ ਕੀਤੀ ਸੀ ਕਿ ਕਿਸ ਤਰ੍ਹਾਂ ਕੋਵਿਡ ਜਿਹੜਾ ਇਵੋਲਵ ਹੋ ਰਿਹਾ, ਇਹਦੀਆਂ ਨਵੀਆਂ ਸਟ੍ਰੇਨਸ ਸਾਹਮਣੇ ਆ ਰਹੀਆਂ ਆ। ਪਿਛਲੇ ਸਮੇਂ ਦੇ ਵਿੱਚ ਜਦੋਂ ਕੋਵਿਡ-19 ਕੁਆਰੰਟੀਨ ਦੇ ਨਿਯਮ ਲਾਏ ਗਏ ਸੀ, ਉਹ ਰੂਲ ਸੀਗੇ, ਤਾਂ ਉਸ ਵੇਲੇ ਕਾਫੀ ਸ਼ਰਤਾਂ ਸੀ ਕੈਨੇਡਾ ਦੇ ਵਿੱਚ ਕਿ ਤੁਸੀਂ ਜੇਕਰ ਆਉਨੇ ਆ ਅਤੇ ਬਾਹਰੋਂ ਆਉਨੇ ਆ ਜੇ ਤੁਹਾਨੂੰ ਕੋਵਿਡ ਹੋ ਗਿਆ ਤੁਸੀਂ ਇੰਨੇ ਦਿਨ ਆਈਸੋਲੇਟ ਕਰਨਾ, ਇੰਨੇ ਦਿਨ ਟੈਸਟ ਕਰਨਾ, ਜਾਂ ਤੁਸੀਂ ਜਿਹੜੇ ਏਅਰਪੋਰਟਸ ਦੇ ਉੱਤੋਂ ਆਉਨੇ ਆ ਅਤੇ ਆਹ ਹੋਣਾ ਚਾਹੀਦਾ। ਬਹੁਤੇ ਲੋਕਾਂ ਨੇ ਮੰਨੀਆਂ ਨਹੀਂ। ਲੋਕ ਕਈ ਵਾਰੀ ਇਹਨੂੰ ਮੰਨਦੇ ਨਹੀਂ ਸੀ। ਹੁਣ ਹਰ ਚੀਜ਼ ਫੋਰਸ ਨਾਲ ਇੱਥੇ ਨਹੀਂ ਲਾਗੂ ਕੀਤੀ ਜਾਂਦੀ। ਤੁਹਾਨੂੰ ਪਤਾ ਜਦੋਂ ਕੈਨੇਡਾ ਦੇ ਵਿੱਚ ਏਅਰਪੋਰਟ ਦੇ ਉੱਤੇ ਐਂਟਰ ਕਰਨ ਤੋਂ ਬਾਅਦ ਕਿਹਾ ਜਾਂਦਾ ਸੀ, ਜਦੋਂ ਤੁਸੀਂ ਮਤਲਬ ਕੈਨੇਡਾ ਦੇ ਵਿੱਚ ਐਂਟਰ ਕਰਦੇ ਸੀ, ਏਅਰਪੋਰਟ ਤੋਂ ਬਾਹਰ ਆਉਨੇ ਆ ਤਾਂ ਜਾਂ ਤੁਸੀਂ ਹੋਟਲ ਦੇ ਵਿੱਚ ਇੰਨੇ ਦਿਨ ਰਹਿਣਾ ਜਾ ਕੇ, ਕੁਛ ਚਿਰ ਇਹ ਵੀ ਨਿਯਮ ਆਇਆ ਸੀ। ਨਹੀਂ, ਲੋਕ ਨਹੀਂ ਰਹਿੰਦੇ ਸੀ, ਉਸ ਦੇ ਘਰ ਨੂੰ ਚਲੇ ਜਾਂਦੇ ਸੀ। ਤਾਂ ਉਹਨੂੰ ਲੱਗਦਾ ਸੀ ਕਿ ਕੁਛ ਹੋਣਾ ਨਹੀਂ ਇਹਦੇ ਨਾਲ, ਬਸ ਅਸੀਂ ਚਲੇ ਗਏ ਅਤੇ ਗੱਲ ਖਤਮ ਹੋ ਗਈ ਆ। ਹੁਣ ਜਿਹੜੀ ਗੱਲਬਾਤ ਸਾਹਮਣੇ ਆਈ ਉਹਦੇ 'ਚੋਂ ਇਹ ਪਤਾ ਲੱਗ ਰਿਹਾ ਕਿ $15 ਮਿਲੀਅਨ ਦਾ ਟੋਟਲ ਫਾਈਨ ਇਹਨਾਂ ਨੂੰ ਕੀਤਾ ਗਿਆ, ਜਿਨ੍ਹਾਂ ਲੋਕਾਂ ਨੇ ਕੋਵਿਡ-19 ਕੁਆਰੰਟਾਈਨ ਜਿਹੜੇ ਰੂਲ ਸੀਗੇ ਉਹਨਾਂ ਨੂੰ ਵਾਇਓਲੇਟ ਕੀਤਾ, ਉਹਨਾਂ ਨਿਯਮਾਂ ਤੋਂ ਬਾਹਰ ਗਏ ਆ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਨੇ ਇਹ ਜਾਣਕਾਰੀ ਦਿੱਤੀ ਆ ਅਤੇ ਇੰਨਾ ਜ਼ਿਆਦਾ ਜਿਹੜਾ ਪੈਸਾ ਆ ਉਹ ਜਿਹੜਾ 15 ਮਿਲੀਅਨ ਤੱਕ ਜਿਹੜਾ ਫਾਈਨ ਆ ਇਸ ਸਾਲ ਦੇ ਵਿੱਚ ਜਿਨ੍ਹਾਂ ਨੇ ਫੈਡਰਲ ਕੋਵਿਡ-19 ਕੁਆਰੰਟੀਨ ਰੂਲ ਨੂੰ ਵਾਇਓਲੇਟ ਕੀਤਾ ਸੀ ਉਹਨਾਂ ਕੋਲੋਂ ਵਸੂਲ ਕੀਤਾ ਗਿਆ। ਥੋੜ੍ਹਾ ਜਿਹਾ ਡਾਟਾ ਹਾਊਸ ਆਫ ਕਾਮਰਸ ਦੇ ਵਿੱਚ ਦਿੱਤਾ ਸੀ ਇਸ ਫਾਲ ਦੇ ਵਿੱਚ, ਜਿਹਦੇ ਵਿੱਚ
ਜਿਹੜੇ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਨੇ ਇੱਕ ਐਰਿਕ ਡਿਊਕਨਸ, ਉਹਨਾਂ ਨੇ ਮੰਗ ਕੀਤੀ ਸੀ ਕਿ ਸਾਨੂੰ ਘੱਟੋ ਘੱਟ ਦੱਸਿਆ ਜਾਵੇ ਕਿ ਇਹ ਕੀ ਆ। ਤੇ ਬਹੁਤ ਜ਼ਿਆਦਾ ਤੁਹਾਨੂੰ ਪਤਾ ਕਿ ਜਿਹੜਾ ਕੋਵਿਡ-19 ਹੈਲਥ ਰੈਸਟ੍ਰਿਕਸ਼ਨ ਚੱਕ ਦਿੱਤੀਆਂ ਗਈਆਂ ਅਕਤੂਬਰ ਦੇ ਵਿੱਚ ਹੀ, ਪਰ ਫਿਰ ਵੀ ਕਈ ਜਿਹੜੇ ਕੁਆਰੰਟਾਈਨ ਰੂਲ ਸੀਗੇ ਉਹ ਉਹਨਾਂ ਦੇ ਸਾਹਮਣੇ ਸੀਗੇ, ਜਿਹਦੇ ਤਹਿਤ ਜਿਵੇਂ ਅਰਾਈਵ ਕੈਨ ਐਪ ਸੀਗੀ, ਹੋਰ ਚੀਜ਼ਾਂ ਸੀਗੀਆਂ, ਇਹ ਸਾਰੇ ਕੁਛ ਦੇ ਵਿੱਚ ਕੋਵਿਡ-19 ਦਾ ਕੇਸ ਲੈਵਲ ਸੀਗਾ। ਰੈਸਟ੍ਰਿਕਸ਼ਨਸ ਦੇ ਕਰਕੇ ਫਰਸਟ੍ਰੇਸ਼ਨ ਹੋਈ ਸੀ ਟਰੈਵਲਰਸ ਦੇ ਵਿੱਚ, ਬਹੁਤ ਕੁਛ ਹੋਇਆ ਸੀ। ਤੇ ਇਹਨਾਂ ਦੇ ਵਿੱਚ ਜਿਹੜਾ ਇਹ ਡਾਟਾ ਆ ਜਿਹੜਾ ਪਬਲਿਕ ਹੈਲਥ ਏਜੰਸੀ ਨੇ ਦਿੱਤਾ, ਇਹਦੇ ਵਿੱਚ ਬ੍ਰਿਟਿਸ਼ ਕੋਲੰਬੀਆ, ontario, ਮੈਨੀਟੋਬਾ ਤੇ ਐਟਲਾਂਟਿਕ ਕੈਨੇਡਾ ਹੈਗਾ ਆ। ਇਹਦੇ ਵਿੱਚ ਜਿਹੜੀ ਸਸਕਾਚਵਨ ਦੀ ਇਨਫੋਰਮੇਸ਼ਨ ਜਿਹੜੀ ਨਹੀਂ ਆਈ। ਅਲਬਰਟਾ ਜਾਂ ਦੂਜੀਆਂ ਟੈਰੀਟਰੀਜ਼ ਨੇ ਉਹਨਾਂ ਦੀ ਜਿਹੜੀ ਜੂਰਿਸਡਿਕਸ਼ਨਸ ਆ ਉਹਨਾਂ ਨੇ ਅਡੋਪਟ ਨਹੀਂ ਕੀਤੇ ਸੀ ਇਹ ਲੈਜਿਸਲੇਸ਼ਨ ਵੱਖਰੇ ਤਰੀਕੇ ਦੇ ਨਾਲ। ਉਹ ਵੀ ਇਹਦੇ ਵਿੱਚ ਪ੍ਰੋਵਿੰਸ ਟੂ ਬਾਈ ਪ੍ਰੋਵਿੰਸ ਜਿਹੜਾ ਬ੍ਰੇਕਡਾਊਨ ਆ ਇਹਦੇ ਵਿੱਚ ਅੱਗੇ ਜਾ ਕੇ ਪੇਸ਼ ਕੀਤਾ ਗਿਆ ਆ। ਜਨਵਰੀ ਤੋਂ ਅਗਸਤ ਤੱਕ ਦੱਸਦੇ ਆ ਕਿ 3614 ਟਿਕਟ ਹੈਂਡ ਆਊਟ ਕੀਤੀਆਂ ਗਈਆਂ ਫੈਡਰਲ ਕੁਆਰੰਟੀਨ ਐਕਟ ਦੇ ਤਹਿਤ। ਜਨਵਰੀ ਤੋਂ ਲੈ ਕੇ ਅਗਸਤ ਤੱਕ 3614 ਟਿਕਟਸ, ਜਿਹਦਾ ਜੁਰਮਾਨਾ 14.8 ਮਿਲੀਅਨ ਬਣ ਰਿਹਾ ਆ। ਤੇ ਮਤਲਬ ਕਿਸੇ ਨੂੰ 850 ਦੀ ਟਿਕਟ ਵੀ ਮਿਲੀ ਆ ਤੇ ਕਿਸੇ ਨੂੰ 5000 ਦੀ ਟਿਕਟ ਵੀ ਮਿਲੀ ਆ ਇਸ ਜੁਰਮਾਨੇ ਨੂੰ ਵਾਇਲੇਟ ਕਰਨ ਦੇ ਲਈ। ਜਿਹੜੇ ਲੋਕ ਹੋਟਲ 'ਚ ਨਹੀਂ ਰਹਿੰਦੇ ਸੀ ਉਦੋਂ, ਉਹ ਕਹਿੰਦੇ ਸੀ ਵੀ ਅਸੀਂ ਤਾਂ ਸਿੱਧੇ ਚਲੇ ਜਾਣਾ, ਸਾਨੂੰ ਕੁਝ ਨਹੀਂ ਹੁੰਦਾ। $5000 ਦੀ ਟਿਕਟ ਉਹਨਾਂ ਨੂੰ ਉਸ ਵੇਲੇ ਦੱਸੀ ਗਈ ਸੀ ਕਿ ਜਿਹੜੀ ਇਸ ਵੇਲੇ ਦਿੱਤੀ ਗਈ ਆ। ਸੋ ਕਈ ਪ੍ਰੋਵਿੰਸ ਨੇ ਇਹਨੂੰ ਵੱਖਰੇ ਵੱਖਰੇ ਤਰੀਕੇ ਨਾਲ ਲਿਆ ਸੀ, ਪਰ ਹੁਣ ਜਦੋਂ ਇਹ ਸਾਰਾ ਹਿਸਾਬ ਕਿਤਾਬ ਸਾਹਮਣੇ ਆਇਆ ਤਾਂ ਇਹਦੇ ਵਿੱਚ ਇਹ ਪਤਾ ਲੱਗਿਆ ਕਿ ਐਡਾ ਜੁਰਮਾਨਾ ਉਸ ਵੇਲੇ ਕੀਤਾ ਗਿਆ ਸੀ ਤੇ ਜਿਹਦੇ ਨਾਲ ਇਹ ਅਮਾਊਂਟ ਇਕੱਠੀ ਕੀਤੀ ਕਿ ਮਕਸਦ ਇਹੀ ਸੀਗਾ ਕਿ ਜਿਨ੍ਹਾਂ ਨੂੰ, ਔਰ ਟਿਕਟਾਂ ਡਿਸਪਿਊਟ ਵੀ ਹੋਈਆਂ। ਬਹੁਤ ਸਾਰੇ ਲੋਕਾਂ ਨੇ ਕਿਹਾ ਵੀ ਸਾਨੂੰ ਗਲਤ ਦੇ ਦਿੱਤੀ ਹੈ। 638 ਟਿਕਟਾਂ ਜਿਹੜੀਆਂ ਡਿਸਪਿਊਟ ਹੋਈਆਂ ਕੋਰਟ ਦੇ ਵਿੱਚ, ਜਿਹੜਾ ਡਾਟਾ ਆਇਆ ਪ੍ਰੋਵਿੰਸ ਜਸਟਿਸ ਮਿਨਿਸਟਰੀ ਨੇ ਦਿੱਤਾ ਆ। 1700 ਜਿਹੜੀਆਂ ਟਿਕਟ ਸੀਗੀਆਂ ਉਹ ਡਿਸਪਿਊਟ ਕੀਤੀਆਂ ਗਈਆਂ ਜਾਂ ਕੈਂਸਲ ਕਰ ਦਿੱਤੀਆਂ ਗਈਆਂ ਜਾਂ ਪ੍ਰੋਗਰੈਸ ਦੇ ਵਿੱਚ ਰਹੀਆਂ। ਸਾਰਾ ਕੁਛ ਨਾਲ ਨਾਲ ਚੱਲਿਆ, ਪਰ ਹੁਣ ਇਹ ਅੰਕੜੇ ਸਾਹਮਣੇ ਆ ਰਹੇ ਕਿ ਪਿਛਲੇ ਕੋਵਿਡ-19 ਦੇ ਦੌਰਾਨ ਜੋ ਕੁਛ ਹੋਇਆ ਸੀ ਉਹਨੂੰ ਕਿਸ ਤਰੀਕੇ ਦੇ ਨਾਲ ਉਹਦੇ ਜੁਰਮਾਨੇ ਲਾ ਕੇ ਉਹਨੂੰ ਲਾਗੂ ਕੀਤਾ ਗਿਆ ਸੀ। ਸੋ ਦੋਸਤੋ, ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਆਪਾਂ ਫੇਰ ਹਾਜ਼ਰ ਹੋਵਾਂਗੇ। ਜਿਹੜੇ ਕੱਲ੍ਹ ਦੇ ਕੈਨੇਡਾ ਦੇ 8-9 ਮੁੱਦੇ ਹੋਣਗੇ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।